रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 9 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। ਕੈਨੇਡਾ ਤੇ US 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 604 592 9191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਪੰਜਾਬੀ ਆਵਾਜ਼ ਰੇਡੀਓ ਇੰਡੀਆ ਦੇ ਸਰੋਤਿਆਂ ਨੂੰ ਆਦਾਬ। ਡਾਕਟਰ ਸਾਹਿਬ ਅੱਜ ਗੱਲਬਾਤ ਦਾ ਸਿਲਸਿਲਾ ਆਪਾਂ ਆਪਣੇ ਸ਼ਹਿਰ ਤੋਂ ਸ਼ੁਰੂ ਕਰਦੇ ਹਾਂ, ਸਰੀ ਤੋਂ ਸ਼ੁਰੂ ਕਰਦੇ ਹਾਂ। ਮਿਊਨਿਸਪਲ ਇਲੈਕਸ਼ਨਸ ਦੇ 15 ਅਕਤੂਬਰ ਨੂੰ ਹੋਣ ਜਾ ਰਹੀ ਹੈ ਤੇ ਹੁਣ ਇੱਕ ਹੋਰ ਧਿਰ ਮੈਦਾਨ ਦੇ ਵਿੱਚ ਉਤਰ ਆਈ ਆ, ਸਰੀ ਫਾਰਵਰਡ ਤੇ ਜਿਨੀ ਸਿਮਸ ਜੀ ਨੇ ਆਪਣੇ ਨਾਂ ਦਾ ਐਲਾਨ ਕਰ ਦਿੱਤਾ ਮੇਅਰਲ ਕੈਂਡੀਡੇਟ ਦੇ ਤੌਰ ਤੇ। ਕੀ ਕਹਿਣਾ ਚਾਹੋਗੇ? ਦੇਖੋ, BC ਦੇ ਵਿੱਚ ਅਸੀਂ ਦੂਸਰੀ ਵੱਡੀ ਮਿਊਨਿਸਪੈਲਿਟੀ ਹਾਂ ਔਰ ਏਰੀਏ ਦੇ ਹਿਸਾਬ ਨਾਲ ਅਸੀਂ ਸਭ ਤੋਂ ਵੱਡੀ ਮਿਊਨਿਸਪੈਲਿਟੀ ਹਾਂ। ਇਸ ਵੇਲੇ ਸਾਡੇ ਕੋਲ 3 ਕੈਂਡੀਡੇਟ ਆ ਗਏ। ਮੇਅਰ ਤੇ ਹੈ ਹੀ ਕੈਂਡੀਡੇਟ ਹਾਂਜੀ, ਫਿਰ ਬ੍ਰਿੰਡਾ ਲੌਕ ਹੈ ਜੀ ਤੇ ਉਹਨਾਂ ਨੇ ਮੇਨ ਇਸ਼ੂ ਬੇਸੀ ਇਹ ਲਈ ਹੈ ਪੁਲਿਸਿੰਗ ਦੀ। ਹਾਂਜੀ, ਤੇ ਹੁਣ MLA ਜਿਨੀ ਸਿਮਸ ਜੀ। ਪਰ ਜੇ ਤੁਸੀਂ ਆਮ ਲੋਕਾਂ ਨਾਲ ਇਸ ਵੇਲੇ ਗੱਲ ਕਰਦੇ ਆ, ਪੋਲੀਟੀਕਲ ਜਿਹੜੇ ਜੰਕੀਜ਼ ਆ ਸਾਡੇ ਵਰਗੇ ਤਾਂ ਕਰੀ ਜਾਂਦੇ ਆ। ਲੋਕਾਂ ਦਾ ਧਿਆਨ 2 ਗੱਲਾਂ ਤੇ ਹੈ ਇਸ ਵੇਲੇ। ਇੱਕ ਤਾਂ ਪੈਂਡੈਮਿਕ ਹਟਿਆ ਤਾਂ ਉਹਨਾਂ ਕੁਝ ਕਰਨਾ ਚਾਹੁੰਦੇ ਆ। ਦੂਸਰਾ ਉਹ ਦੇਖਦੇ ਕਿ ਹਲੇ ਸਰਦੀਆਂ ਖਤਮ ਹੀ ਨਹੀਂ ਹੋ ਰਹੀਆਂ। ਹਾਂਜੀ। ਸੋ ਜੁਲਾਈ ਅਗਸਤ ਦੇ ਵਿੱਚ ਕਹਿੰਦਾ ਹੈ ਮੌਸਮ ਵਿਭਾਗ ਕਿ ਉਹਨਾਂ ਦੇ ਵਿੱਚ ਮੌਸਮ ਚੰਗਾ ਹੋਣਾ। ਜੁਲਾਈ ਅਗਸਤ ਵਿੱਚ ਜਦੋਂ ਮੌਸਮ ਚੰਗਾ ਹੁੰਦਾ ਵੈਸੇ ਹੀ ਨਹੀਂ ਲੋਕੀ ਕਦੇ ਪੋਲੀਟਿਕਸ ਡਿਸਕਸ ਨਹੀਂ ਕਰਦੇ। ਤੁਸੀਂ ਦੇਖੋ ਸਤੰਬਰ ਆ ਗਿਆ ਨਾ, ਸਤੰਬਰ ਦੇ ਜਦੋਂ ਲੇਬਰ ਡੇ ਵੀਕਐਂਡ ਖਤਮ ਹੋਣਾ ਫਿਰ ਤੁਸੀਂ ਸਮਝੋ ਕਿ ਅਸਲੀ ਜਿਹੜਾ ਕੈਂਪੇਨ ਸ਼ੁਰੂ ਹੋਣਾ। ਹਾਂਜੀ। ਤਾਂ ਉਸ ਵੇਲੇ 3 ਹੋਰ ਕੈਂਡੀਡੇਟਸ ਜਿਹੜੇ ਹਾਲੇ ਜਿਨ੍ਹਾਂ ਨੇ ਪਹਿਲਾਂ ਕਹਿ ਚੁੱਕੇ ਆ, ਪਤਾ ਨਹੀਂ ਹੁਣ ਉਹਨਾਂ ਨੇ ਕਰਨਾ ਕਿ ਨਹੀਂ ਕਰਨਾ। ਇੱਕ ਤੇ ਸਿਟਿੰਗ MP ਆ। ਹਾਂਜੀ। ਇੱਕ ਸਿਟਿੰਗ ਕਾਉਂਸਲਰ ਹੋਰ ਹੈ ਜੀ ਤੇ ਇੱਕ ਸਾਬਕਾ MLA ਆ ਸਾਊਥ ਸਰੀ ਵਾਈਟ ਰੌਕ ਦੇ। ਪਹਿਲਾਂ ਉਹ ਮੇਅਰ ਵੀ ਹੁੰਦੇ ਸੀ ਉੱਥੇ। ਹਾਂਜੀ। ਉਹਨਾਂ ਦੇ ਵੀ ਸੰਗੀ ਸਾਥੀ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਉਹਨਾਂ ਨੇ ਰਨ ਕਰਨਾ। ਹੁਣ ਇਹ ਜੀ 5 ਕੈਂਡੀਡੇਟ ਇਹ ਹੋ ਗਏ। ਮੇਅਰ ਡਗ ਮਕੈਲਮ ਦੀ ਟੀਮ ਜਿਹੜੀ ਆ ਉਹ ਇਸ ਗੱਲ ਤੇ ਖੁਸ਼ੀ ਮਨਾਉਂਦੀ ਹੋਣੀ ਆ ਕਿ ਜਿੰਨੇ ਹੀ ਜ਼ਿਆਦਾ ਕੈਂਡੀਡੇਟਸ ਹੋਣ ਉਹਨਾਂ ਨੂੰ ਫਾਇਦਾ ਹੈ। ਹਾਂਜੀ। ਹਾਂ, ਇਹਨਾਂ ਕੈਂਡੀਡੇਟਸ ਦੇ ਵਿੱਚੋਂ ਇੱਕ ਕੈਂਡੀਡੇਟ ਅੱਗੇ ਆ ਜਾਵੇ ਜਿਹਦੇ ਕੋਲ ਖਾਸ ਹੀ ਕੋਈ ਗੱਲ ਹੋਵੇ। ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਪਹਿਲਾਂ ਰਿਪਬਲਿਕਨ ਪਾਰਟੀ ਦੇ 25 ਕੈਂਡੀਡੇਟ ਖੜੇ ਹੁੰਦੇ ਸੀ ਸਟੇਜ ਦੇ ਉੱਤੇ। ਹਾਂਜੀ। ਉਹਨਾਂ ਦੇ ਵਿੱਚੋਂ ਇੱਕ ਹੀ ਮੋਹਰੇ ਆਇਆ ਜੀ। ਪਹਿਲਾਂ ਤਾਂ ਸੋਚਦੇ ਸੀ ਵੀ 25 ਪਤਾ ਨਹੀਂ ਕੀ ਕਰਨਗੇ। 25 ਦੇ ਵਿੱਚੋਂ ਦੇਖ ਲਓ ਉਹਨਾਂ ਦੀ ਨੋਮੀਨੇਸ਼ਨ ਹਲੇ ਖਤਮ ਨਹੀਂ ਹੋਈ, ਉਦੋਂ ਪਹਿਲਾਂ ਡੋਨਾਲਡ ਟਰੰਪ ਜਿੱਤ ਗਏ। ਹਾਂਜੀ। ਸੋ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ 5 ਜਾਂ 6 ਕੈਂਡੀਡੇਟਸ ਦੇ ਵਿੱਚੋਂ ਇੱਕ ਕੈਂਡੀਡੇਟ ਅਲੱਗ ਕਰ ਲਵੇ ਆਪਣੇ ਆਪ ਨੂੰ ਜੀ। ਹੁਣ ਇਹਨਾਂ ਨੇ 3 ਗੱਲਾਂ ਕੀਤੀਆਂ ਕੱਲ। ਇੱਕ ਤਾਂ ਉਹੀ ਇਸ਼ੂ ਜਿਹੜੀ ਨਾਰਮਲ ਕਰਦੇ ਹੀ ਹੁੰਦੇ ਆ ਕਿ ਟਰਾਂਸਪੇਰੈਂਸੀ, ਅਕਾਊਂਟੇਬਿਲਟੀ, ਉਹ ਇਹਨਾਂ ਤੇ ਵੀ ਲਾਗੂ ਹੁੰਦੀ ਹੈ ਕਿਉਂਕਿ ਘਰ ਬੈਠੇ ਤਾਂ ਆਏ ਨਹੀਂ ਜਿੰਨੀ ਸਮਝ ਹੋਣੀ ਜੀ। ਇਹ MLA ਸੀ। ਹਾਂਜੀ। ਪਹਿਲਾਂ ਮੰਤਰੀ ਹੁੰਦੇ ਸੀ ਤੇ ਜੋ ਵੀ ਕੁਝ ਕੀਤਾ NDP ਦੀ ਸਰਕਾਰ ਨੇ ਵਿਕਟੋਰੀਆ ਦੇ ਵਿੱਚ ਉਹਦੇ ਜਵਾਬ ਇਹਨਾਂ ਨੂੰ ਦੇਣੇ ਪੈਣੇ। ਸਿਹਤ ਮੰਤਰਾਲੇ ਦਾ ਬੁਰਾ ਹਾਲ ਹੈ। ਸਕੂਲਾਂ ਦੀ ਕੱਲ ਤੁਸੀਂ ਦੇਖ ਲਓ, ਜੌਨ ਹੌਰਗਨ ਨੇ ਕੱਲ ਕਿਹਾ, ਕਹਿੰਦਾ ਇਟ ਵਾਜ਼ ਨਿਊਜ਼ ਟੂ ਮੀ। ਇੱਕ ਪ੍ਰੀਮੀਅਰ ਇਹ ਕਹਿ ਰਿਹਾ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਪ੍ਰੋਜੈਕਟ ਤਾਂ ਬੰਦ ਕਰ ਦਿੱਤੇ ਸਾਈਜ਼ਮਿਕ ਅਪਡੇਟ ਤੇ। ਹਾਂਜੀ। ਹੁਣ ਜੇ ਤੁਸੀਂ ਪ੍ਰਾਈਵੇਟ ਕਾਰਪੋਰੇਸ਼ਨ ਦੇ ਹੈੱਡ ਹੋਵੋ, CEO ਨਾ, ਤਾਂ ਉਹਦੇ ਵਿੱਚ 2 ਹੀ ਗੱਲਾਂ ਹੋਣਗੀਆਂ। ਨੰਬਰ 1 ਤੇ ਵੀ ਤੁਹਾਡੀ ਕਾਬਲੀਅਤ ਬਾਰੇ ਸ਼ੱਕ ਕੀਤੀ ਜਾਣੀ ਚਾਹੀਦੀ ਹੈ। ਜਿਸ ਪ੍ਰੀਮੀਅਰ ਨੂੰ, ਜਿਸ CEO ਨੂੰ ਪਤਾ ਹੀ ਨਹੀਂ ਮੇਰੇ ਮਹਿਕਮੇ ਦੇ ਵਿੱਚ ਹੋ ਕੀ ਰਿਹਾ, ਮੇਰੀ ਕੰਪਨੀ ਦੇ ਵਿੱਚ ਕੀ ਹੋ ਰਿਹਾ, ਉਹ ਨਿਕੰਮਾ ਬੰਦਾ ਹੈ ਜੀ। ਦੂਸਰੀ ਗੱਲ ਇਹ ਪੋਸੀਬਿਲਿਟੀ ਹੈ ਵੀ ਝੂਠ ਬੋਲਦਾ ਹੈ। ਹਾਂਜੀ।
ਸੋ ਇਹਨਾਂ ਦੀ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਦੇ ਜੋ ਕੰਮ ਆ ਉਹ ਭਾਵੇਂ ਇਹਨਾਂ ਨੇ ਕੀਤੇ ਚਾਹੇ ਨਹੀਂ ਕੀਤੇ, ਉਹ ਕਾਕਸ ਦੇ ਨਾਲ ਇਹਨਾਂ ਦੇ ਵਿਰੋਧੀ ਇਹਨਾਂ ਦੇ ਗੱਲ ਕਰਨਗੇ ਜੀ। ਪਰ ਅੱਗੇ ਤੋਂ ਆ ਕੇ ਦੂਸਰਾ ਸਵਾਲ ਸੀਗਾ ਕਿ ਜੋ ਅਸੀਂ ਚਾਹੁੰਦੇ ਹਾਂ ਕਿ ਸਰੀ ਦੀ ਜਿਹੜੀ ਪੋਲਿਟਿਕਸ ਅੱਗੇ ਜਾਵੇ। ਹੁਣ ਫਾਰਵਰਡ ਨਾਮ ਦੀਆਂ ਕਈ ਸਲੇਟਾਂ ਆ, ਵੈਨਕੂਵਰ 'ਚ ਵੀ ਫਾਰਵਰਡ ਨਾਮ ਦੀ ਸਲੇਟ ਆ, ਇੱਕ ਨਿਊ ਵੈਸਟ ਦੇ ਵਿੱਚ ਹੁੰਦੀ ਸੀ, ਉਹ ਹੁਣ ਤਾਂ ਡਿਫੰਕਟ ਹੋ ਗਈ। ਵੈਸੇ ਉਹ ਵੀ ਕਹਿੰਦੇ ਹੁੰਦੇ ਸੀ ਅੱਗੇ ਜਾਣਾ ਆ। ਤੀਸਰੀ ਗੱਲ ਵਾਕਿਆ ਹੀ ਹਾਊਸਿੰਗ ਦਾ ਤਾਂ ਟਰਾਂਸਪੋਰਟ ਦਾ ਬਹੁਤ ਮੇਜਰ ਇਸ਼ੂ ਆ। ਹਾਂਜੀ। ਇੱਥੇ ਇੱਕ ਤਾਂ ਯੂਨੀਵਰਸਿਟੀ ਕੈਨੇਡਾ ਦਾ ਆਪਣੀ ਸਾਡੀ ਸਰੀ ਦੇ ਵਿੱਚ ਹੀ ਮੇਨ ਕੈਂਪਸ ਉਹਨਾਂ ਦਾ ਸਰੀ 'ਚ KPU ਦਾ, 2 ਹੋਰ ਯੂਨੀਵਰਸਿਟੀਜ਼ ਆ। ਉਸ ਤੋਂ ਇਲਾਵਾ ਜਿਹੜਾ ਸਰੀ ਸਕੂਲ ਬੋਰਡ ਆ ਉਹ ਰਾਤ ਦੇ ਅਡਲਟ ਐਜੂਕੇਸ਼ਨ ਬੋਰਡ ਦਾ ਉਹਨਾਂ ਦਾ ਅਡਲਟਸ ਲਈ 7 ਤੋਂ 10 ਵਜੇ ਤੱਕ ਕਲਾਸਾਂ ਲਾਉਂਦੇ ਹੁੰਦੇ ਆ। ਉਹਨਾਂ ਦੇ ਸਟੂਡੈਂਟਸ ਨੂੰ ਪੁੱਛ ਕੇ ਦੇਖੋ, ਰਾਤ ਨੂੰ ਬਹੁਤੀ ਜਗ੍ਹਾ ਤੇ ਜਾਣ ਵਾਲੀਆਂ ਬੱਸਾਂ 9:10 9:20 ਤੇ ਖਤਮ ਹੋ ਜਾਂਦੀਆਂ। ਟਰਾਂਸਪੋਰਟ ਉਹਨਾਂ ਲਈ, ਖਾਸ ਤੌਰ ਤੇ ਉਹਨਾਂ ਲਈ, ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਕੰਮ ਨਹੀਂ ਕਰਦੇ, ਜਿਹੜੇ ਕੰਮ ਕਰਦੇ ਉਹਨਾਂ ਦੀ ਹੈਗੀ ਆ, ਉਹ ਵੀ ਦੁਖੀ ਹੋਏ ਪਏ। ਔਰ ਮੇਅਰ ਸਾਡਾ ਟਰਾਂਸਲਿੰਕ ਬੋਰਡ ਤੇ ਬੈਠਾ ਹੁੰਦਾ ਜੀ, ਤਾਂ ਮੇਅਰ ਤੇ ਇਹ ਵੀ ਇਸ਼ੂ ਆਉਂਦੀ ਹੈ ਕਿ ਮੇਅਰ ਕਰਦਾ ਕੀ ਹੈ, ਆਪਣੇ ਕੇਸਸ ਬਾਰੇ ਹੀ ਫਿਕਰਮੰਦ ਆ ਜਾਂ ਲੋਕਾਂ ਬਾਰੇ ਵੀ ਫਿਕਰਮੰਦ ਆ ਕਿ ਸਾਨੂੰ ਟਰਾਂਸਲਿੰਕ ਦੀ ਵੀ ਚਾਹੀਦੀ ਕੁਛ। ਲੋਕੀ ਕੰਮ ਤੇ ਜਾਂਦੇ ਆ, ਲੋਕੀ ਪੜ੍ਹਦੇ ਆ, ਉਹਨਾਂ ਨੂੰ ਟਰਾਂਸਲਿੰਕ ਦੀ, ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਤੋਂ ਵਿਚਾਰਿਆਂ ਤੋਂ ਵੋਟ ਹੈ ਨਹੀਂ, ਉਹ ਆ ਕੇ ਦੱਸਦੇ ਹੁੰਦੇ ਆ ਕਿ ਰਾਤ ਨੂੰ ਸਾਡੀ ਬੱਸ, ਅਸੀਂ ਦੂਰ ਰਹਿੰਦੇ ਆ, 9:20 ਤੇ 9:10 ਤੇ ਚੱਲ ਜਾਂਦੀ ਹੈ, ਤਾਂ ਕਲਾਸ ਖਤਮ ਹੁੰਦੀ ਹੈ 10 ਵਜੇ। ਉਹ ਮਗਰਲਾ ਅੱਧਾ ਘੰਟਾ ਇਹ ਬੰਦੇ ਉਹ ਆ ਜਿਹੜੇ 4 ਟਾਈਮ ਜ਼ਿਆਦਾ ਪੈਸੇ ਦਿੰਦੇ ਆ। ਹਾਂਜੀ। ਕੈਨੇਡੀਅਨ ਸਟੂਡੈਂਟਸ ਦੀ ਵੀ ਫੀਸ ਤਾਂ ਜ਼ਿਆਦਾ ਹੀ ਆ ਇੱਥੇ ਜੀ। ਇੱਕ ਕੋਰਸ ਲੈਣ ਦੇ 3 ਕ੍ਰੈਡਿਟ ਦੇ ਉਹਨਾਂ ਨੂੰ 600 ਦਿੰਦੇ ਆ, ਤੇ ਇਹ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਉਹਨੂੰ 2400 ਦਿੰਦੇ ਆ। ਹਾਂਜੀ। ਤੇ ਉਹਨਾਂ ਦੇ ਕੋਲ ਇਹ ਵੀ ਪ੍ਰਬੰਧ ਹੈ ਨਹੀਂ ਕਿ ਬੱਸਾਂ ਦੇ ਵਿੱਚ ਜਾ ਸਕਣ ਉਹ ਕਿਤੇ ਜੀ। ਹਾਊਸਿੰਗ ਦੇ ਵਿੱਚ ਪਹਿਲਾਂ ਸਰੀ ਨੂੰ ਮੰਨਿਆ ਜਾਂਦਾ ਸੀ ਕਿ ਯੰਗ ਫੈਮਿਲੀਜ਼ ਜਿਹੜੀਆਂ ਇੱਥੇ ਆਉਂਦੀਆਂ ਆ, ਉਹਨਾਂ ਦੇ ਜੇ ਆਪਣਾ ਜੀਵਨ ਸ਼ੁਰੂ ਕਰਨਾ ਤੇ ਉਹਨਾਂ ਲਈ ਵਧੀਆ ਸ਼ਹਿਰ ਇਹ ਆ। ਹਾਂਜੀ। ਹੁਣ ਉਹ ਗੱਲ ਰਹਿ ਨਹੀਂ ਗਈ ਲੱਗਦੀ। ਨਹੀਂ, ਅਜੇ ਵੀ ਵੈਸੇ ਇੱਕ ਇਸ਼ੂ ਆ ਗਈ ਹੈ, ਉਹ ਵੀ ਪ੍ਰੋਵਿੰਸ਼ੀਅਲ ਸਰਕਾਰ ਦੀ ਹੈ ਕਿ ਜਿੰਨੇ ਬੱਚੇ ਆ ਉਹਨਾਂ ਲਈ ਇਹਨਾਂ ਦੇ ਕੋਲ ਸਕੂਲ ਹੈ ਨਹੀਂ। ਤੁਸੀਂ ਜਾ ਕੇ ਹਰ ਸਕੂਲ ਦੇ ਵਿੱਚ ਦੇਖੋਗੇ, ਸਾਡੀ ਆਬਾਦੀ ਜਿਹੜੀ ਆ ਉਹ ਸੀ 6 ਲੱਖ ਆ ਤਕਰੀਬਨ, ਤੇ ਟੋਟਲ 51 ਲੱਖ ਪਾਪੂਲੇਸ਼ਨ ਹੈ ਇੱਥੇ BC ਦੀ। ਹੁਣ ਇਹ ਸਾਡਾ ਕਰਕੇ ਆ ਜਾਂ ਸਾਡੇ ਨੁਮਾਇੰਦਿਆਂ ਦਾ ਕਰਕੇ ਆ, ਅੱਧੇ ਟ੍ਰੇਲਰ ਜਿਹੜੇ ਆ ਜਿਨ੍ਹਾਂ ਨੂੰ ਜੇ ਇੱਥੇ ਟ੍ਰੇਲਰ ਦੇ ਵਿੱਚ ਕਲਾਸਾਂ ਲਾਉਂਦੀਆਂ, BC ਦੇ ਵਿੱਚ ਜਿੰਨੇ ਵੀ ਟ੍ਰੇਲਰਸ ਰੱਖੇ ਆ ਨਾ ਦੂਸਰਿਆਂ ਨੇ ਸਕੂਲਸ ਨੇ, ਅੱਧੇ ਸਰੀ ਦੇ ਵਿੱਚ। ਪਾਪੂਲੇਸ਼ਨ ਸਾਡੀ ਦੇਖ ਲਓ ਕਿੰਨੀ ਹੈ, 6 ਲੱਖ 51 ਲੱਖ ਚੋਂ। ਹਾਂਜੀ। ਤਾਂ ਉਹਦੇ ਹਿਸਾਬ ਨਾਲ ਰੱਖੇ ਇਸ ਕਰਕੇ ਵੀ ਇੱਥੇ ਤੇ ਬੰਦਿਆਂ ਨੂੰ ਕੋਈ ਨਹੀਂ ਪੁੱਛਦੇ, ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਹਾਂ, ਸਾਰੇ ਦੇਖੋ, ਇਹ ਸਾਡੀ ਸਾਊਥ ਏਸ਼ੀਅਨ ਪਾਪੂਲੇਸ਼ਨ ਨੂੰ, ਬੱਚਾ ਸਕੂਲੇ ਜਾਂਦਾ, ਬੱਚਾ ਯੂਨੀਵਰਸਿਟੀ ਜਾਂਦਾ, ਸਾਰਿਆਂ ਦੀ ਖਾਸ ਹੈ ਕਿ ਪੜ੍ਹੇ। ਹਾਂਜੀ। ਔਰ ਉਹਦੀ ਪੜ੍ਹਾਈ ਤੇ ਖਰਚਾ ਵੀ ਕਰਨਗੇ, ਉਹਨੂੰ ਕਾਰ ਵੀ ਲੈ ਕੇ ਦੇਣਗੇ, ਪਰ ਉਹਦੇ ਸਕੂਲ 'ਚ ਕੀ ਹੋ ਰਿਹਾ ਉਹਦੇ ਬਾਰੇ ਫਿਕਰਮੰਦ ਨਹੀਂ ਹੈ। ਹਾਂਜੀ। ਸਕੂਲਾਂ ਦੇ ਵਿੱਚ ਤੁਹਾਡੇ ਬੱਚੇ, ਤੁਸੀਂ ਜਾ ਕੇ ਟ੍ਰੇਲਰ ਦੇ ਵਿੱਚ ਜਾ ਕੇ ਦੇਖਿਓ ਬੈਠ ਕੇ, ਜੇ ਤਾਂ ਗਰਮੀਆਂ ਹੁੰਦੀਆਂ ਤਾਂ ਇੰਨੀ ਗਰਮੀ ਹੁੰਦੀ ਹੈ ਨਾ ਉੱਥੇ ਜੀ, ਤੇ ਜੇ ਸਰਦੀਆਂ ਹੁੰਦੀਆਂ ਤਾਂ ਇੰਨੀ ਸਰਦੀ ਹੁੰਦੀ ਹੈ। ਤੁਸੀਂ ਸਿੱਖਣਾ ਕੀ ਆ ਉੱਥੇ ਬੈਠ ਕੇ, ਜੇ ਤੁਹਾਡੇ ਤੋਂ ਕਮਰਾ ਹੀ ਹੈ ਨਹੀਂਗਾ। ਦੁਨੀਆ ਦਾ ਸਭ ਤੋਂ ਵਧੀਆ ਮੁਲਕ ਕਹਿੰਦੇ ਆ। ਹਾਂਜੀ। ਇਹਨਾਂ ਦੇ ਕੋਲ ਸਕੂਲਾਂ ਦੇ ਵਿੱਚ ਕਮਰੇ ਹੈ ਨਹੀਂ ਜੀ। ਜੇ ਕੋਈ ਹਿੰਦੁਸਤਾਨ 'ਚ ਸੁਣਦਾ ਹੋਵੇ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡੇ ਕਮ ਸੇ ਕਮ ਕਮਰੇ ਤਾਂ ਹੈਗੇ ਨਾ। ਹਾਂਜੀ। ਇੱਥੇ ਸਾਡੇ ਸਰੀ ਦੇ ਵਿੱਚ ਕਮਰੇ ਹੈ ਨਹੀਂ ਜੀ। ਹੁਣ ਪਹਿਲਾਂ BC ਲਿਬਰਲ ਤੇ ਇਲਜ਼ਾਮ ਲਾਉਂਦੇ ਹੁੰਦੇ ਸੀ, ਹੁਣ 2017 ਦੇ ਕੀ, ਹੁਣ ਤਾਂ NDP ਵਾਲੇ ਬੈਠੇ। ਹਾਂਜੀ। ਇਹਨਾਂ ਦੇ ਮਿਊਜ਼ੀਅਮ ਲਈ ਇਹਨਾਂ ਤੋਂ $8 ਲੱਖ ਹੈਗਾ ਆ, ਸਕੂਲਾਂ ਲਈ ਹੈ ਨਹੀਂ, ਸਕੂਲਾਂ ਲਈ ਪੈਸੇ ਹੈ ਨਹੀਂ। ਸਾਈਜ਼ਮਿਕ ਅਪਗ੍ਰੇਡ ਲਈ ਹੁਣ 3 ਦਿਨ ਹੋ ਗਏ ਝੂਠ ਬੋਲਦਿਆਂ ਨੂੰ ਜੀ, ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੇ ਕੋਈ ਵੀ, ਹਰ ਇੱਕ ਗੱਲ ਤੇ। ਇਹ ਮਤਲਬ ਇੱਕ ਪ੍ਰਾਈਵੇਟ, ਚਾਹੇ ਤੁਸੀਂ ਫੈਮਿਲੀ 'ਚ ਬੈਠੇ ਆ, ਚਾਹੇ ਤੁਸੀਂ ਕੰਮ ਤੇ ਬੈਠੇ ਆ। ਹੁਣ ਮੇਰਾ ਖਿਆਲ ਇਹ ਪੁਰਾਣੀ ਪ੍ਰਥਾ ਆ
कि ਜ਼ਿੰਮੇਵਾਰੀ ਆਪਣੇ ਹੱਥੋਂ ਛੱਡ ਕੇ ਨਾ ਕਿਸੇ ਤੇ ਸੌਂਪ ਦੇਣੀ। ਹਾਂਜੀ। ਆਪਣੇ ਕਹਿੰਦੇ ਨੇ ਕਿਸੇ ਦੇ ਸਿਰ ਤੇ ਭਾਂਡਾ ਤੋੜ ਦੇਣਾ। ਹਾਂਜੀ। ਤੁਸੀਂ ਆਪਣੇ ਹੱਥ ਸਾਫ਼ ਕਰਨੇ ਆ ਬਸ ਜੀ। ਤੇ ਉਹਦੇ ਲਈ ਪੀਆਰ ਕਰਨੀ ਚਾਹੀਦੀ ਬਸ। ਹਾਂਜੀ। ਇੰਨਾ ਹੀ ਰਹਿ ਗਿਆ ਕਿ ਪੀਆਰ ਇਦਾਂ ਕਰੋਗੇ ਮੇਰੇ ਸਿਰ ਇਲਜ਼ਾਮ ਨਾ ਆਵੇ, ਦੂਸਰਿਆਂ ਸਿਰ ਮੜ ਜਾਈਏ ਅਸੀਂ। ਤੇ ਇਸ ਵੇਲੇ ਜਿਹੜੀ ਸਰੀ ਦੀ ਪੋਲਿਟਿਕਸ ਆ ਉਹਦੇ ਵਿੱਚ ਅਨਲੈਸ ਕੋਈ ਇਦਾਂ ਦੀ ਗੱਲ ਕਰੇ ਕਿ ਅਸੀਂ ਹਾਊਸਿੰਗ ਅਫੋਰਡੇਬਿਲਟੀ ਦੇਣੀ ਆ, ਕਿੱਦਾਂ ਦੇਣੀ ਆ, ਇਹ ਤਾਂ ਹਰੇਕ ਹੀ ਕਹਿੰਦਾ ਹੈ। ਦੂਜਿਆਂ ਕੈਂਡੀਡੇਟਸ ਨੇ ਵੀ ਇਦਾਂ ਕਹਿਣਾ ਕਿ ਅਸੀਂ ਹਾਊਸਿੰਗ ਅਫੋਰਡੇਬਿਲਟੀ ਦੇਣੀ ਆ। ਉਹ ਕਿੱਦਾਂ ਦੇਣੀ, ਕੀ ਕਰਨਗਾ, ਤੁਸੀਂ ਕੀ ਕਰੋਗੇ? ਪਲਾਨ ਹੋਣਾ ਚਾਹੀਦਾ। ਪਹਿਲੀ ਇਸ਼ੂ ਇੱਥੇ ਆਉਂਦੀ ਆ ਜਿਹੜੀ ਕਿ ਸਰੀ ਦੇ ਵਿੱਚ ਵੀ ਆ, ਵੈਨਕੂਵਰ ਵੀ ਆ, ਕਿ ਪਰਮਿਟ ਪਹਿਲਾਂ ਮਿਲਦੇ ਆ, ਇੰਨੀ ਦੇਰ ਲਾਉਂਦੇ ਆ ਨਾ। ਜਿਹਦੇ ਬੰਦੇ ਦੇ ਕਨੈਕਸ਼ਨ ਹੈ ਨਹੀਂ ਇਹ ਸਿਟੀ ਦੇ ਵਿੱਚ, ਉਹਦੇ ਤਾਂ ਕਈ ਸਾਲ ਲੰਘ ਜਾਂਦੇ ਆ ਰੀਜ਼ੋਨਿੰਗ ਕਰਾਉਣ ਨੂੰ। ਹਾਂਜੀ। ਅੱਛਾ, ਦੂਸਰੀ ਵੱਡੀ ਗੱਲ ਆ ਕਿ ਉਹਦੇ ਪੈਸੇ ਵੱਧਦੇ ਹੀ ਜਾਂਦੇ। ਇੰਨੀਆਂ ਇੰਸਪੈਕਸ਼ਨਸ, ਇੰਨੇ ਪਰਮਿਟ ਦੇ ਜਿਹੜੇ ਦੇਣ ਦੇ ਆ, ਉਹਦੀ ਕਾਸਟ ਤਾਂ ਪਹਿਲਾਂ ਹੀ ਵੱਧ ਗਈ, ਹਲੇ ਸ਼ੁਰੂ ਹੀ ਨਹੀਂ ਕੀਤਾ ਤੁਸੀਂ। ਹਾਂਜੀ। ਤੁਹਾਡੇ ਕੋਲ ਲੋਟ ਹੈ, ਲੋਟ ਤੇ ਤੁਸੀਂ ਅਜੇ ਮਕਾਨ ਸ਼ੁਰੂ ਨਹੀਂ ਕੀਤਾ, ਉਹਦੀ ਕਾਸਟ ਪਹਿਲਾਂ ਹੀ ਵੱਧ ਗਈ। ਨੰਬਰ 1 ਤੇ ਕਿਉਂਕਿ ਤੁਸੀਂ ਦੇਰ ਲਾ ਰਹੇ, ਤਾਂ ਜੇ ਕਿਸੇ ਬੰਦੇ ਨੇ ਲੋਨ ਲਿਆ ਹੁੰਦਾ ਉਹਦੇ ਪੈਸੇ ਪੈ ਰਹੇ। ਹਾਂਜੀ। ਤੇ ਫਿਰ ਜਿਹੜੀ ਲੈਂਡ ਇੰਨੀ ਐਕਸਪੈਂਸਿਵ ਹੋਈ ਆ, 1973 ਦੇ ਵਿੱਚ ਜਿਹੜਾ ਲਾਅ ਬਣਾਇਆ ਸੀ ਨਾ ਲੈਂਡ ਰਿਜ਼ਰਵ, ਉਹ ਅੱਜ ਤਾਈਂ ਵੀ ਆ। ਅਜੇ ਤਾਈਂ ਇੱਕ ਦਿਮਾਗ ਵੀ ਉਦੋਂ ਬਾਅਦ ਪੈਦਾ ਨਹੀਂ ਹੋਇਆ ਜਿਹੜਾ ਇਸ ਗੱਲ ਤੇ ਸਵਾਲ ਕਰ ਦੇਵੇ ਕਿ ਇਹ ਸਾਨੂੰ ਇਸ ਗੱਲ ਦੀ ਲੋੜ ਹੈਗੀ ਆ, ਕੀ ਇੱਥੇ ਐਗਰੀਕਲਚਰ ਰਿਜ਼ਰਵ ਰੱਖਣ ਦੀ ਲੋੜ ਆ, ਕਿ ਕੀ ਹੁਣ ਸਾਨੂੰ ਰੈਜ਼ੀਡੈਂਸ਼ੀਅਲ ਜ਼ੋਨ ਬਣਾਉਣ ਦੀ ਲੋੜ ਹੈ। ਕਮ ਸੇ ਕਮ ਡਿਸਕਸ਼ਨ ਤੱਕ ਸ਼ੁਰੂ ਕਰੋ। ਹਾਂਜੀ, ਗੱਲਬਾਤ ਤਾਂ ਹੋਣੀ ਚਾਹੀਦੀ ਹੈ। ਘੱਟੋ ਘੱਟ ਇਹ ਗੱਲ ਹੋਣੀ ਚਾਹੀਦੀ ਹੈ। ਅੱਗੇ ਪਹਿਲਾਂ 70s ਦੇ ਵਿੱਚ ਇੱਕ ਪ੍ਰੋਗਰਾਮ ਹੁੰਦਾ ਸੀ ਜਿਹੜਾ ਹੁਣ ਸ਼ਾਇਦ ਜ਼ਿਆਦਾ ਉਹਦੀ ਲੋੜ ਹੈ। ਮਿਊਨਿਸਪੈਲਿਟੀ, ਪ੍ਰੋਵਿੰਸ਼ੀਅਲ ਸਰਕਾਰ ਤੇ ਫੈਡਰਲ ਸਰਕਾਰ ਇਕੱਠੀਆਂ ਹੋ ਕੇ ਡਿਵੈਲਪਮੈਂਟ ਕਰਦੀਆਂ ਹੁੰਦੀਆਂ ਸੀ। ਤਾਂ ਬਹੁਤ ਸਿਟੀਜ਼ ਦੇ ਵਿੱਚ ਅਜੇ ਵੀ ਹੈਗੀ ਉਹ। ਤੁਹਾਨੂੰ ਪੁਰਾਣੇ ਅਪਾਰਟਮੈਂਟ ਮਿਲਣਗੇ ਜਿੱਥੇ ਸਸਤੇ ਰੈਂਟਲ ਯੂਨਿਟ ਤੁਹਾਨੂੰ ਮਿਲ ਜਾਂਦੇ। ਤੇ ਕੀ ਉਹੋ ਜਿਹਾ ਪ੍ਰੋਗਰਾਮ ਕੋਈ ਲਿਆਉਣ ਲਈ ਤਿਆਰ ਹੈ ਜਾਂ ਨਹੀਂ? ਤੁਹਾਡਾ ਹੋ ਗਿਆ ਖਬਰਾਂ ਦਾ ਟਾਈਮ ਜੀ। ਡਾਕਟਰ ਸਾਹਿਬ, ਲਿਬਰਲ ਸਰਕਾਰ ਵੱਲੋਂ ਫੈਬਰੂਰੀ ਦੇ ਵਿੱਚ ਆਟਵਾ 'ਚ ਐਮਰਜੈਂਸੀ ਲਗਾਈ ਗਈ ਸੀ, ਫਿਰ ਕੁਝ ਦਿਨਾਂ ਤੋਂ ਬਾਅਦ ਹਟਾ ਵੀ ਲਈ ਗਈ ਤੇ ਹੁਣ ਉਹਨਾਂ ਨੇ ਫਿਰ ਇੱਕ ਸਪੈਸ਼ਲ ਜੁਆਇੰਟ ਕਮੇਟੀ ਬਿਠਾਈ ਸੀ ਜਿਹੜੀ ਜਾਂਚ ਕਰ ਰਹੀ ਸੀ ਵੀ ਇਹ ਫੈਸਲਾ ਉਹਨਾਂ ਨੂੰ ਕਿਉਂ ਲੈਣਾ ਪਿਆ। ਐਮਰਜੈਂਸੀ ਇਨਵੋਕ ਕਰਨ ਦਾ ਜਿਹੜਾ ਫੈਸਲਾ ਸੀ ਵੀ ਇਹ ਕਿਹਦਾ ਸੀ। ਤਾਂ ਹੁਣ ਕੀ ਹੋਇਆ ਕਿ ਜਿਹੜੇ ਮਿਨਿਸਟਰ ਹੈਗੇ ਸਵਾਲਾਂ ਦੇ ਘੇਰੇ 'ਚ ਆ ਗਏ ਆ ਤੇ ਉਹਨਾਂ ਵੱਲੋਂ ਸਫਾਈ ਦਿੱਤੀ ਜਾ ਰਹੀ ਆ ਕਿ ਮਿਨਿਸਟਰ ਨੂੰ ਮਿਸ ਅੰਡਰਸਟੂਡ ਕੀਤਾ ਗਿਆ, ਵੀ ਜੋ ਉਹ ਕਹਿਣਾ ਚਾਹੁੰਦੇ ਸੀਗੇ ਉਹਦਾ ਉਹ ਮਤਲਬ ਹੈ ਨਹੀਂ ਸੀ। ਤੇ ਆਰਸੀਐਮਪੀ ਤੇ ਸਿੱਧੇ ਤੌਰ ਤੇ ਉਹ ਕਿਹਾ ਉਹਨਾਂ ਨੇ ਕਿ ਮੈਂ ਲਾ ਇਨਫੋਰਸਮੈਂਟ ਏਜੰਸੀ ਤੇ ਆਰਸੀਐਮਪੀ ਨੂੰ ਕੰਸਲਟ ਕੀਤਾ ਤੇ ਮੈਨੂੰ ਇਹ ਕਿਹਾ ਗਿਆ ਕਿ ਐਮਰਜੈਂਸੀ ਲਗਾਉਣ ਦੀ ਜਿਹੜੀ ਹੈਗੀ ਆ ਗੱਲਬਾਤ। ਤੇ ਆਰਸੀਐਮਪੀ ਕਮਿਸ਼ਨਰ ਨੇ ਸਾਫ਼-ਸਾਫ਼ ਸ਼ਬਦਾਂ 'ਚ ਕਿਹਾ ਕਿ ਉਹਨਾਂ ਵੱਲੋਂ ਇਹੋ ਜਿਹੀ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ। ਹੁਣ ਤੁਸੀਂ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿਹਨੇ ਐਮਰਜੈਂਸੀ ਐਕਟ ਲਾਇਆ ਸੀ ਉਹਦੇ 'ਚ ਵੈਸੇ ਐਮਰਜੈਂਸੀ ਐਕਟ ਦੇ ਵਿੱਚ ਹੈ ਕਿ ਉਸ ਤੋਂ ਬਾਅਦ ਇੱਕ ਪਾਰਲੀਮੈਂਟਰੀ ਕਮੇਟੀ ਬਿਠਾਉਣੀ ਪੈਂਦੀ ਇਹਨਾਂ ਨੂੰ। ਹਾਂਜੀ। ਉਹ ਕਮੇਟੀ ਇਨਵੈਸਟੀਗੇਟ ਕਰਦੀ ਕਿ ਕਿਉਂ ਲਾਈ ਸੀ ਤੁਸੀਂ ਐਮਰਜੈਂਸੀ। ਉਹਦੇ ਵਿੱਚ ਸਭ ਤੋਂ ਪਹਿਲੀ ਇਸ਼ੂ ਇਹ ਆ ਕਿ ਸਾਡੇ ਕੋਲ ਤਾਂ ਬਹੁਤ ਲਾਜ਼, ਇੱਕ ਕਾਨੂੰਨ ਥੋੜ੍ਹਾ ਜਿਹੜਾ ਤੁਸੀਂ ਵਰਤ ਸਕਦੇ। ਹਾਂਜੀ। ਤੇ ਉਹ ਕਾਨੂੰਨ ਜਿਹੜੇ ਪਹਿਲਾਂ ਪਏ ਆ ਉਹ ਕਾਨੂੰਨ ਕੀ ਕਾਫੀ ਨਹੀਂ ਸਨ? ਉਹਨਾਂ ਦੇ ਨਾਲ ਤੁਸੀਂ ਕਰਾਊਡ ਕੰਟਰੋਲ ਨਹੀਂ ਕਰ ਸਕਦੇ ਸੀ। ਉਹਦੇ ਵਿੱਚ ਪੁਲਿਸਿੰਗ ਦੀ ਵੀ ਇਸ਼ੂ ਆਉਂਦੀ ਹੈ ਕਿ ਤੁਸੀਂ ਉਹਨਾਂ ਨੂੰ ਟਰੱਕ ਲਿਆਉਣ ਕਿਉਂ ਦਿੱਤੇ? ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉੱਠੇ। ਪਹਿਲਾਂ ਇਸ਼ੂ ਤਾਂ ਇਹ ਆ ਵੀ ਤੁਸੀਂ ਟਰੱਕ ਲਿਆਉਣ ਦਿੱਤੇ ਉਹਨਾਂ ਨੂੰ, ਉਹ ਫਿਰ ਬਲੌਕ ਕਰਦੇ ਆ, ਤੰਗ ਕਰਦੇ ਆ, ਰੈਜ਼ੀਡੈਂਸ਼ੀਅਲ ਕੰਪਲੇਂਟਸ ਆਈਆਂ ਆ। ਹਾਂਜੀ। ਅੱਛਾ, ਫਿਰ ਦੂਸਰੀ ਗੱਲ ਹੈਗੀ ਆ ਕਿ ਜੇ ਅਖੀਰਲੀ ਤੌਰ ਤੇ ਤੁਹਾਨੂੰ ਐਮਰਜੈਂਸੀ ਲਾਉਣੀ ਪਈ ਆ ਤਾਂ ਫਿਰ ਉਹਨੂੰ ਜਸਟੀਫਾਈ ਕਰੋ ਵੀ ਬਾਕੀ ਸਭ ਕੁਝ ਫੇਲ ਹੋ ਗਿਆ ਸੀ ਤੇ ਐਮਰਜੈਂਸੀ ਸਾਨੂੰ ਲਾਉਣੀ ਪਈ ਸੀ। ਹੁਣ ਇੱਕ ਪੋਲੀਟੀਸ਼ੀਅਨਸ ਨੇ ਬਹੁਤ ਚੀਪ ਗੱਲ ਕਰਦੇ ਆ ਇਹ। ਤੁਸੀਂ ਕਹਿ ਲਓ ਕਿ ਸਿਵਲ ਸਰਵੈਂਟਸ ਜਿਹੜੇ ਆ ਸਾਡੇ, ਚਾਹੇ ਪੁਲਿਸ ਵਾਲੇ ਆ, ਮਿਲਟਰੀ ਦੇ ਵਿੱਚ ਹੋਣ, ਸਿਵਲ ਸਰਵਿਸ ਸਿਵਿਲੀਅਨਸ ਹੋਣ, ਉਹਨਾਂ ਤੇ ਇੱਕ ਪਾਬੰਦੀ ਹੁੰਦੀ ਹੈ ਨਾਰਮਲੀ ਕਿ ਤੁਸੀਂ ਪ੍ਰੈਸ ਕਾਨਫਰੰਸ ਨਹੀਂ ਕਰਨੀ।
ਜੇ ਕੋਈ ਇੱਥੇ ਅਫਸਰ ਬੈਠਾ ਆ ਉਹ ਨਹੀਂ ਦੱਸ ਸਕਦਾ ਕਿ ਅਸੀਂ ਸਾਡਾ ਮਹਿਕਮਾ ਕੀ ਕਰਦਾ ਕੀ ਨਹੀਂ। ਅਖੀਰ 'ਚ ਜੇ ਜਿੱਦਾਂ RCMP ਕਮਿਸ਼ਨਰ ਨੂੰ ਕੁਝ ਬੋਲਣਾ ਪਿਆ ਨਾ, ਇਹ ਮਜਬੂਰੀ ਸੀ। ਹਾਂਜੀ, ਕਿਉਂਕਿ ਮਿਨਿਸਟਰ ਨੇ ਤਾਂ ਭਾਂਡਾ ਭੰਨਤਾ। ਹਾਂਜੀ, ਜੇ ਤੁਸੀਂ ਉਹਨਾਂ ਦੀ ਸਪੀਚ ਸੁਣਨੀ ਚਾਹੁੰਦੇ ਆ, CPAC ਤੇ ਹੈਗੀ ਉਹਨਾਂ ਦੀ ਜਿਹੜਾ ਪਬਲਿਕ ਅਫੇਅਰਸ ਚੈਨਲ ਹੈ, ਹਾਂਜੀ, ਉਹ ਤੇ ਉਹ ਕਮੇਟੀ ਦੀ ਕਾਰਵਾਈ ਵੀ ਦਿਖਾਉਂਦੇ ਹੁੰਦੇ ਆ। CPAC ਤੇ ਉਹਨਾਂ ਨੇ ਸਾਫ਼ ਸ਼ਬਦਾਂ 'ਚ ਇਹ ਗੱਲ ਕਹੀ ਆ ਕਿ ਅਸੀਂ ਪੁਲਿਸ ਫੋਰਸਸ ਦੇ ਨਾਲ ਉਹਨਾਂ ਦੀ ਰਾਏ ਲਈ ਸੀ। ਉਹਦੇ ਵਿੱਚੋਂ ਇਦਾਂ ਲੱਗਾ ਸਾਨੂੰ ਕਿ ਇਹ ਚਾਹੁੰਦੇ ਆ ਕਿ ਅਸੀਂ ਐਮਰਜੈਂਸੀ ਲਾਈਏ। ਹਾਂਜੀ, ਉਹਨਾਂ ਨੇ ਡਾਇਰੈਕਟਲੀ ਨਹੀਂ ਕਿਹਾ, ਇਨਡਾਇਰੈਕਟਲੀ ਇਹ ਗੱਲ ਕਹੀ ਆ ਵੀ ਇਹ ਮਤਲਬ ਤਾਂ ਇਹੀ ਸੀ ਵੀ ਪੁਲਿਸ ਦੇ ਕਹੇ ਤੇ ਅਸੀਂ ਐਮਰਜੈਂਸੀ ਐਕਟ ਲਾਤਾ। ਉਹਨਾਂ ਦੇ ਸਿਰ ਭਾਂਡਾ ਭੰਨਣਾ ਚਾਹੁੰਦੇ ਸੀ। ਰਿਸਪੌਂਸਿਬਿਲਿਟੀ ਨਹੀਂ ਲੈਣੀ ਨਾ, ਆਪਣੇ ਆਪ ਜ਼ਿੰਮੇਵਾਰੀ ਇਹ ਨਹੀਂ ਕਹਿਣੀ, ਕਿਸੇ ਦੀ ਰੀੜ੍ਹ ਦੀ ਹੱਡੀ ਹੈ ਨਹੀਂ ਕਿਸੇ ਕਿ ਮੈਂ ਕੀਤਾ ਠੀਕ ਹੈ ਮੈਂ ਕਰਦਾ, ਜੇ ਗਲਤ ਗੱਲ ਸੀ ਤਾਂ ਮੈਂ ਰਿਜ਼ਾਈਨ ਕਰ ਦੂੰਗਾ, ਕੋਈ ਗੱਲ ਨਹੀਂ। ਪਰ ਉਹਨਾਂ ਨੇ ਸੋਚਿਆ ਵੀ RCMP ਵਾਲੇ ਦੂਸਰੀ ਪੁਲਿਸ ਫੋਰਸਸ ਚੁੱਪ ਕਰਕੇ ਬੈਠੇ ਰਹਿਣਗੇ, ਤੇ ਜੋ ਉਹ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਕੋਈ ਸਲਾਹ ਨਹੀਂ ਦਿੱਤੀ ਇਦਾਂ ਦੀ। ਹੋਰ ਲਾਜ਼ ਹੈਗੇ ਆ ਜਿਹੜੇ ਅਸੀਂ ਲਾ ਸਕਦੇ ਉਹਨਾਂ ਤੇ ਜੀ, ਉਹਨਾਂ ਦੇ ਕੋਲ ਕਈ ਲਾਜ਼ ਆ ਜਿਹੜੇ ਸਾਡੇ ਤੋਂ ਐਮਰਜੈਂਸੀ ਐਕਟ ਲਾਉਣ ਤੋਂ ਪਹਿਲਾਂ ਤੁਸੀਂ ਕਰਾਊਡ ਕੰਟਰੋਲ ਕਰ ਸਕਦੇ। ਸੋ ਜਦੋਂ ਉਹ ਗੱਲ ਉਹ ਕਰਿਆ ਏ RCMP ਨੇ ਉਹਦਾ ਜਵਾਬ ਦੇ ਦਿੱਤਾ। ਹੁਣ ਫਿਰ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਹਾਂਜੀ, PR ਵਾਲਿਆਂ ਨੂੰ ਉਹਨੂੰ ਹੈਂਡਲ ਕਰਨਾ ਪੈਂਦਾ ਨਾ, ਮੰਤਰੀ ਨੂੰ। ਜਿੱਦਾਂ ਅਸੀਂ ਗੱਲ ਕਰਦੇ ਸੀ ਜੋ ਬਾਈਡਨ ਦੀ, ਉਹ ਕਦੇ ਨਾ ਕਦੇ ਕੋਈ ਨਾ ਕੋਈ ਕਹਿੰਦੇ ਰਹਿੰਦੇ ਗੱਲ, ਜੈਨੋਸਾਈਡ ਹੋ ਗਈ ਜੀ, ਪਿਊਟਨ ਨੂੰ ਮਾਰ ਦੇਣਾ ਚਾਹੀਦਾ, ਫਲਾਨਾ ਕਰ ਦੇਣਾ ਚਾਹੀਦਾ। ਅੱਛਾ, ਉਹ ਦੂਜੇ ਫਿਰ ਜਿਹੜੇ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜਾਂ ਉਹਨਾਂ ਨੂੰ ਤਾਂ ਸਾਹਮਣਾ ਹੀ ਪੈਂਦਾ ਨਾ। ਹਾਂਜੀ, ਉਹਨਾਂ ਨੂੰ ਜਵਾਬ ਤਾਂ ਦੇਣਾ ਹੀ ਪੈਂਦਾ ਨਾ ਜੀ, ਕਲੈਰੀਫਿਕੇਸ਼ਨਸ ਦੇਣੀਆਂ ਪੈਂਦੀਆਂ, ਤੇ ਇਹਨਾਂ ਦੇ ਵੀ ਜਵਾਬ ਦੇਣਾ ਪੈਂਦਾ ਸੀ ਅਫਸਰਾਂ ਨੂੰ। ਹਾਂਜੀ, ਉਹਨਾਂ ਨੇ ਫਿਰ ਹੁਣ ਆਹ ਸਭ ਤੋਂ ਘਟੀਆ ਤਰੀਕਾ ਆ, ਔਰ ਸਾਰੇ ਹੀ ਵਰਤਦੇ ਆ, ਕਹਿਣਾ ਮੈਨੂੰ ਮਿਸ ਅੰਡਰਸਟੈਂਡ ਕਰ ਗਏ ਵੀ ਲੋਕੀ ਬੇਵਕੂਫ ਆ, ਮੈਂ ਤਾਂ ਠੀਕ ਹੀ ਹਾਂ। ਹਾਂਜੀ, ਮਿਸ ਅੰਡਰਸਟੈਂਡ ਤਾਂ ਉਹੀ ਕਰ ਸਕਦਾ ਜੇ ਉਹਨੂੰ ਦੁਬਾਰਾ ਜਿਹੜੀ ਉਹਨਾਂ ਨੇ ਮੰਤਰੀ ਨੇ ਗੱਲ ਕਹੀ ਹੈ, ਪਬਲਿਕ ਸੇਫਟੀ ਮਿਨਿਸਟਰ ਨੇ, ਤੁਸੀਂ ਸੁਣ ਲਿਓ। ਐਵਰੇਜ ਬੰਦਾ ਜਿਹੜਾ ਤੀਜੀ ਫੇਲ ਹੋਵੇ ਮੈਨੂੰ ਦੱਸ ਦੇਵੇ ਵੀ ਇਹਦੇ ਵਿੱਚੋਂ ਮਤਲਬ ਕੀ ਨਿਕਲਦਾ ਉਹਦਾ। ਜੇ ਉਹ ਗੱਲ ਠੀਕ ਨਾ ਹੋਵੇ ਤੇ ਫਿਰ ਠੀਕ ਹੈ, ਇਹ ਮੰਤਰੀ ਦੀ ਗੱਲ ਠੀਕ ਹੈ, ਮਿਸ ਅੰਡਰਸਟੈਂਡ ਹੀ ਕਰ ਲਿਆ, ਮਤਲਬ ਲੋਕਾਂ ਦੇ ਸਿਰ ਤੇ ਭਾਂਡਾ ਭੰਨਤਾ ਹੁਣ। ਹਾਂਜੀ, ਪਹਿਲਾਂ ਭਾਂਡਾ ਭੰਨਿਆ ਉਹਨਾਂ ਨੇ ਮਤਲਬ ਪੁਲਿਸ ਫੋਰਸਸ ਦੇ ਖਿਲਾਫ। ਹਾਂਜੀ, ਵੀ ਉਹਨਾਂ ਨੇ ਸਾਨੂੰ ਕਿਹਾ ਸੀ। ਹੁਣ ਭਾਂਡਾ ਭੰਨਤਾ ਰਿਪੋਰਟਰਾਂ ਤੇ ਤਾਂ ਦੂਜਿਆਂ ਤੇ ਵੀ ਤੁਹਾਨੂੰ ਹੀ ਅਕਲ ਹੈ ਨਹੀਂਗੀ, ਤੁਸੀਂ ਮਿਸ ਅੰਡਰਸਟੈਂਡ ਕਰ ਲਿਆ। ਇਹ ਮੰਤਰੀ ਤਾਂ ਬਹੁਤ ਸਾਫ਼ ਬੋਲ ਕੇ ਗਿਆ ਹੈ। ਹਾਂਜੀ, ਇਹਦਾ ਮਤਲਬ ਤਾਂ ਇਹੀ ਹੁੰਦਾ। ਸਫਾਈ ਚ ਨਾਲੇ ਕਹਿੰਦੇ ਆ ਕਿ ਉਹਨਾਂ ਦਾ ਮਤਲਬ ਸੀ ਕਿ ਜਿਹੜੇ ਐਮਰਜੈਂਸੀ ਚ ਟੂਲ ਯੂਜ਼ ਕੀਤੇ ਜਾਂਦੇ ਆ ਵੀ ਉਹਨਾਂ ਟੂਲਸ ਦੀ ਵਰਤੋਂ ਕੀਤੀ ਜਾਵੇ। ਸਾਫ਼ ਜਿਹੜੀ ਉਹ ਗੱਲ ਕਰਕੇ ਗਏ ਆ, ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਪੁਲਿਸ ਫੋਰਸਸ ਦੇ ਨਾਲ ਮੀਟਿੰਗਸ ਕੀਤੀਆਂ ਤਾਂ ਉਹਨਾਂ ਤੋਂ ਸਾਨੂੰ ਇਹ ਇਸ਼ਾਰਾ ਮਿਲਿਆ ਕਿ ਅਸੀਂ ਐਮਰਜੈਂਸੀ ਐਕਟ ਲਗਾਈਏ। ਹਾਂਜੀ, ਤੇ ਹੁਣ RCMP ਨੂੰ ਗੁੱਸਾ ਲੱਗਾ ਹੋਣਾ, ਕਮਿਸ਼ਨਰ ਨੂੰ, ਵੀ ਸਾਡੇ ਸਿਰ ਭਾਂਡਾ ਭੰਨ ਗਿਆ। ਹਾਂਜੀ, ਆਪਣੀ ਜ਼ਿੰਮੇਵਾਰੀ ਕੋਈ ਨਹੀਂ ਜੀ। ਇਹ ਨਵੀਂ ਗੱਲ ਨਹੀਂ ਆ, ਇਹ ਹਰ ਇੱਕ ਲੈਵਲ ਤੇ ਇਦਾਂ ਹੀ ਕਰਦੇ ਆ ਜੀ। ਇਹਨਾਂ ਨੇ ਵੈਸੇ ਪਹਿਲਾਂ ਐਮਰਜੈਂਸੀ ਲਗਾਉਣ ਦੀ ਵੀ ਕਾਹਲੀ ਕੀਤੀ, ਫਿਰ ਹਟਾਉਣ ਦੀ ਵੀ ਥੋੜੇ ਦਿਨਾਂ ਬਾਅਦ ਫਿਰ ਹਟਾ ਵੀ ਦਿੱਤੀ ਸੀ। ਹਟਾਉਣ ਦੀ ਇਹਨਾਂ ਨੂੰ ਕਰਤੀ ਕਿਉਂਕਿ ਕੋਰਟ ਚੈਲੰਜ ਹੋ ਗਿਆ। ਹਾਂਜੀ, ਜੇ ਤੁਸੀਂ ਇੰਨੇ ਕੌਨਫੀਡੈਂਟ ਆ ਕਿ ਠੀਕ ਹੈ ਵੀ ਬਾਕੀ ਸਭ ਕੁਝ ਕੰਮ ਨਹੀਂ ਕੀਤਾ, ਅਸੀਂ ਹੁਣ ਐਮਰਜੈਂਸੀ ਲਾਤੀ, ਉਹਨੂੰ ਡਿਫੈਂਡ ਕਰੋ ਜੀ। ਤੇ ਇਹ ਹੈਗਾ ਜਸਟਿਨ ਟਰੂਡੋ ਦਾ ਵੇ ਆਫ ਵਰਕਿੰਗ। ਪਹਿਲਾਂ ਸੋਚਣਾ ਨਹੀਂ ਤਾਂ ਉਸ ਤੋਂ ਬਾਅਦ ਨੱਠੇ ਭੱਜੇ ਫਿਰਦੇ। ਹਾਂਜੀ, ਤੇ ਇਹ ਨਵੀਂ ਗੱਲ ਨਹੀਂ ਹੈ ਕੋਈ, ਜਿਹੜੀ ਪਬਲਿਕ ਸੇਫਟੀ ਮਿਨਿਸਟਰ ਨੇ ਕਹੀ ਹੈ। ਹੁਣ ਉਹਨਾਂ ਦੇ ਅਫਸਰਾਂ ਨੂੰ ਉਹਨਾਂ ਨੂੰ ਡਿਫੈਂਡ ਕਰਨਾ ਪੈਣਾ ਹੈ, ਇਸ ਕਰਕੇ ਕਿ ਉਹਨਾਂ ਦੀ ਤਾਂ ਜ਼ਿੰਮੇਵਾਰੀ ਲਾਤੀ ਨਾ, ਉਹ ਤਾਂ ਕੁਝ ਕਰ ਨਹੀਂ ਸਕਦੇ। ਉਹਨਾਂ ਨੂੰ ਕਹਿੰਦੇ ਹੁਣ ਦੱਸੋ ਜਾ ਕੇ, ਤੁਸੀਂ ਪ੍ਰੈਸ ਪੁੱਛਦੀ ਆ, ਮੀਡੀਆ ਪੁੱਛਦਾ ਸਾਨੂੰ, ਲੋਕੀ ਪੁੱਛਦੇ ਆ, ਆਪੋਜੀਸ਼ਨ ਗੱਲ ਕਹਿੰਦੀ ਹੈ ਕਿ ਤੁਸੀਂ ਆਹ ਭਾਂਡਾ ਭੰਨਣ ਲੱਗੇ RCMP ਦੇ ਖਿਲਾਫ, ਉਹ ਤਾਂ ਕਹਿੰਦੇ ਅਸੀਂ ਕਿਹਾ ਹੀ ਨਹੀਂ। ਹਾਂਜੀ, ਫਿਰ ਉਹ ਕਹਿੰਦੇ ਚਲੋ ਫਿਰ ਤੁਸੀਂ ਸਦਾਈ ਹੋਣੇ ਆ ਜਿਨ੍ਹਾਂ ਨੇ ਸਾਨੂੰ ਏਦਾਂ ਮਿਸ ਅੰਡਰਸਟੈਂਡ ਕਰ ਲਿਆ, ਅਸੀਂ ਤਾਂ ਏਦਾਂ ਹੀ ਬੋਲੇ ਸੀ। ਹਾਂਜੀ,
ਇਹ ਮਤਲਬ ਤਾਂ ਇਹਦਾ ਇਹੀ ਨਿਕਲਦਾ। ਹਾਂਜੀ, ਚਲੋ ਇਹ ਸ਼ਬਦ ਨਾ ਵਰਤਣ ਜਿਹੜੇ ਮੈਂ ਵਰਤਦਾ, ਪਰ ਮਤਲਬ ਤਾਂ ਇਹਦਾ ਇਹੀ ਆ। ਹਾਂਜੀ, ਬਿਲਕੁਲ। ਅਸੀਂ ਠੀਕ ਆ ਤੇ ਬਾਕੀਆਂ ਨੂੰ ਅਕਲ ਹੈ ਨਹੀਂ। ਬਿਲਕੁਲ ਜੀ ਡਾਕਟਰ ਸਾਹਿਬ, ਵੈਸੇ ਤੁਹਾਡੀ ਗੱਲ ਸਹੀ ਹੈ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਤੋਂ ਕੁਝ ਗਲਤ ਹੋਇਆ ਜਾਂ ਤੁਹਾਡੇ ਤੋਂ ਉਸ ਵਕਤ ਨਹੀਂ, ਉਹ ਕਲਚਰ ਹੀ ਖਤਮ ਹੈ। ਮਤਲਬ ਜ਼ਿੰਮੇਵਾਰੀ ਕਿਤੇ ਕਿਸੇ ਵੀ ਸਟੇਜ ਤੇ, ਚਾਹੇ ਮਿਊਨਿਸਪਲ ਲੈਵਲ ਤੇ ਹੋਵੇ, ਪ੍ਰੋਵਿੰਸ਼ੀਅਲ ਲੈਵਲ ਤੇ ਹੋਵੇ, ਫੈਡਰਲ ਲੈਵਲ ਤੇ, ਕਦੇ ਕਿਸੇ ਨੇ ਅੱਜ ਤਾਈਂ ਜ਼ਿੰਮੇਵਾਰੀ ਨਹੀਂ ਲਈ। ਹਾਂ, ਲੈਂਦੇ ਆ ਕਈ, ਕੋਈ ਪਬਲਿਕ ਫਿਗਰ ਸੀਗੀਆਂ ਜਿਹੜੀਆਂ ਲੈਂਦੀਆਂ ਸੀ ਜ਼ਿੰਮੇਵਾਰੀ। ਉਹ ਪੁਰਾਣੇ ਸਮਿਆਂ 'ਚ ਸੀ। ਪੁਰਾਣਿਆਂ ਸਮਿਆਂ ਦੇ ਵਿੱਚ ਉਹ ਜਿੱਦਾਂ ਅਸੀਂ ਹੁਣ ਗੱਲ ਕਰਦੇ ਹੁੰਦੇ ਹਾਂ, ਪੁਰਾਣਿਆਂ ਸਮਿਆਂ 'ਚ ਲੋਕੀ ਘਿਓ ਖਾਂਦੇ ਹੁੰਦੇ ਸੀ, ਚੰਗਾ ਦੁੱਧ ਪੀਂਦੇ ਹੁੰਦੇ ਸੀ। ਹੁਣ ਨਾਲ ਇਹ ਵੀ ਗੱਲ ਕਰਾਂਗੇ, ਪੁਰਾਣੇ ਸਮਿਆਂ ਦੇ ਵਿੱਚ ਲੋਕੀ ਆਹ ਵੀ ਕੰਮ ਕਰਦੇ ਹੁੰਦੇ ਸੀ ਕਿ ਮੈਂ ਜ਼ਿੰਮੇਵਾਰ ਹਾਂ ਤਾਂ ਮੇਰੀ ਜ਼ਿੰਮੇਵਾਰੀ ਮੈਂ ਠੀਕ ਤਰ੍ਹਾਂ ਡਿਊਟੀ ਨਹੀਂ ਨਿਭਾਈ ਜੀ, ਮੇਰੀ ਗਲਤੀ ਹੈ। ਆਪਣੇ ਜ਼ਮੀਰ ਜੇ ਕੋਈ ਬੰਦਾ ਇਹ ਗੱਲ ਕਹਿ ਦੇਵੇ ਨਾ, ਉਹਨੂੰ ਭਗਵਾਨ ਨੂੰ ਪੂਜਣਾ ਚਾਹੀਦਾ ਅੱਜ ਕੱਲ, ਕਿ ਬੰਦਾ ਕਹਿ ਤਾਂ ਦੇਵੇ ਵੀ ਮੇਰੀ ਗਲਤੀ ਹੋ ਗਈ। ਹਾਂਜੀ, ਠੀਕ ਹੈ। ਤੁਸੀਂ ਕੱਲ ਮੰਤਰੀ ਨਹੀਂ ਰਹਿਣਾ, ਫੇਰ ਵੀ ਇਨਸਾਨ ਤਾਂ ਹੈ ਨਾ। ਹਾਂਜੀ, ਤੁਸੀਂ MP ਬਣੇ ਰਹੋ, ਉੱਥੇ ਕੋਈ ਗੱਲ ਨਹੀਂ। ਤੁਹਾਨੂੰ ਇਹਨਾਂ ਨੇ ਜਸਟਿਨ ਟਰੂਡੋ ਤੁਹਾਨੂੰ ਕਿਤੇ ਹੋਰ ਦੇ ਦੇਣਗੇ, ਕੋਈ ਨਾ, ਕਿਉਂਕਿ ਉਹਨਾਂ ਨੇ ਤਾਂ ਸਰਕਾਰੀ ਤੌਰ ਤੇ ਸਰਕਾਰ ਨੂੰ ਡਿਫੈਂਡ ਕੀਤਾ। ਹਾਂਜੀ, ਆਪਣੇ ਆਪ ਨੂੰ ਵੀ ਡਿਫੈਂਡ ਕੀਤਾ, ਸਰਕਾਰ ਨੂੰ ਵੀ ਡਿਫੈਂਡ ਕੀਤਾ ਜੀ ਉਹਦੇ ਵਿੱਚ। ਹਾਂਜੀ, ਤੇ ਉਹਦੇ ਬਦਲੇ ਕੁਝ ਮਿਲ ਜਾਣਾ ਉਹਨੂੰ, ਕੋਈ ਵੱਡੀ ਗੱਲ ਨਹੀਂ। ਹਾਂਜੀ, ਬਿਲਕੁਲ। ਡਾਕਟਰ ਸਾਹਿਬ, ਰੁਕ ਕਰਦੇ ਹਾਂ ਹੁਣ ਅਗਲੀ ਖਬਰ ਵੱਲ। ਮੀਡੀਆ ਵੱਲੋਂ ਟਰਕੀ ਦੀ ਨੈਟੋ ਵਿਸ਼ ਲਿਸਟ ਦਾ ਖੁਲਾਸਾ ਕੀਤਾ ਗਿਆ ਤੇ ਟਰਕੀ ਨੇ ਫਿਨਲੈਂਡ ਤੇ ਸਵੀਡਨ ਅੱਗੇ ਹੁਣ ਕਿਹੜੀਆਂ 10 ਮੰਗਾਂ ਰੱਖੀਆਂ ਨੇ? ਜਿਹੜੇ ਸਵੀਡਨ ਤੇ ਫਿਨਲੈਂਡ ਵਾਲੇ ਆ, ਉਹ ਕਰਡਿਸ਼ ਜਿਹੜੇ ਲੋਕਾਂ ਦੀ ਕਾਫੀ ਬੈਕਿੰਗ ਕਰਦੇ ਹੁੰਦੇ ਸੀ। ਹਾਂਜੀ, ਕਰਡਿਸ਼ ਲੋਕਾਂ ਬਾਰੇ ਅਸੀਂ ਅੱਗੇ ਵੀ ਗੱਲ ਕੀਤੀ। ਕਰਡਿਸਤਾਨ ਉਹ ਚਾਹੁੰਦੇ ਆ ਉੱਥੇ। ਹਾਂਜੀ, ਟਰਕੀ ਦੇ ਵਿੱਚ ਇਰਾਕ ਤੇ ਈਰਾਨ, ਇਹ ਤਿੰਨੇ ਹੀ ਮੁਲਕ ਭਾਵੇਂ ਇੱਕ ਦੂਜੇ ਨਾਲ ਬੋਲਦੇ ਹੋਣ ਚਾਹੇ ਨਾ ਬੋਲਦੇ ਹੋਣ, ਪਰ ਕਰਡਿਸ਼ ਲੋਕਾਂ ਦੇ ਜ਼ਰੂਰ ਖਿਲਾਫ ਹੈ। ਤੇ ਸਭ ਤੋਂ ਵੱਡੀ ਪ੍ਰੋਬਲਮ ਇਹਨਾਂ ਦੀ ਹੈਗੀ ਕਰਡਿਸ਼ ਵਰਕਰਜ਼ ਪਾਰਟੀ। ਉਹ ਇੱਕ ਸੈਕੂਲਰ ਗਰੁੱਪ ਹੈ ਵੈਸੇ ਦਾ, ਤੇ ਉਹ ਉਹਨਾਂ ਨੇ ਆਰਮੀ ਵੀ ਬਣਾਈ ਹੈ, ਟ੍ਰੇਨਿੰਗ ਦਿੰਦੇ ਆ। ਤੇ ਉਹਨਾਂ ਦੇ ਲੀਡਰਸ ਨੂੰ, ਉਹਨਾਂ ਦੇ ਖਾਸ ਬੰਦਿਆਂ ਨੂੰ ਇਹਨਾਂ ਨੇ ਪਨਾਹ ਵੀ ਦਿੱਤੀ ਆ, ਸਵੀਡਨ ਵਾਲਿਆਂ ਨੇ ਤਾਂ ਫਿਨਲੈਂਡ ਵਾਲਿਆਂ ਨੇ। ਉਹਨਾਂ ਨੂੰ ਪਹਿਲਾਂ ਟਰਕੀ ਵਾਲੇ ਕਹਿੰਦੇ ਹੁੰਦੇ ਸੀ ਵੀ ਇਹਨਾਂ ਨੂੰ ਪਨਾਹ ਨਾ ਦਿਓ, ਇਹ ਅਸੀਂ ਇਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਹਿੰਦੇ ਹਾਂ। ਹਾਂਜੀ, ਤੁਸੀਂ ਸਹਿਮਤ ਹੋਵੋ ਚਾਹੇ ਟਰਕੀ ਨਾਲ ਨਹੀਂ ਸਹਿਮਤ, ਪਰ ਉਹਨਾਂ ਨੇ ਡਿਕਲੇਅਰ ਕੀਤਾ ਹੈ ਕਿ ਇਹ ਆਰਗੇਨਾਈਜੇਸ਼ਨ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਹੈ। US ਵਾਲੇ ਵੀ ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਹਿੰਦੇ ਆ। ਤੇ ਸਵੀਡਨ ਵਾਲੇ ਤਾਂ ਫਿਨਲੈਂਡ ਵਾਲੇ ਨੇ ਕਦੇ ਇਹ ਗੱਲ ਨਹੀਂ ਮੰਨੀ। ਹੁਣ ਟਰਕੀ ਵਾਲਿਆਂ ਨੂੰ ਪਤਾ ਵੀ ਇਹਨਾਂ ਨੂੰ ਸਾਨੂੰ ਲੋੜ ਹੈ। ਹਾਂਜੀ, ਜੇ ਟਰਕੀ ਵਾਲੇ ਨਾ ਕਰ ਦਿੰਦੇ ਉਹਨਾਂ ਦੀ ਮੈਂਬਰਸ਼ਿਪ ਨੂੰ, ਤਾਂ ਕਦੇ ਨੇਟੋ ਨੂੰ ਜੁਆਇਨ ਨਹੀਂ ਕਰ ਸਕਦੇ। ਜੀ ਬਿਲਕੁਲ। ਹੁਣ ਉਹ ਫਸ ਗਏ, ਕਹਿੰਦੇ ਨੇ ਨਾ ਊਠ ਆ ਗਿਆ ਪਹਾੜ ਦੇ ਨੀਚੇ। ਹਾਂਜੀ, ਤੇ ਹੁਣ ਜਾਂ ਤਾਂ ਉਹ ਆਪਣੇ ਥੋਕੇ ਚੱਟਣਗੇ। ਪਹਿਲਾਂ ਵਰਕਰਜ਼ ਪਾਰਟੀ ਨੂੰ ਉੱਥੇ ਸਾਦੇ ਸੀ, ਪਨਾਹ ਦਿੰਦੇ ਸੀ। ਹੁਣ ਹੀ ਉਸੇ ਕਰਡਿਸ਼ ਵਰਕਰਜ਼ ਪਾਰਟੀ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਹਿਣਗੇ। ਹਾਂਜੀ, ਜੇ ਉਹਨਾਂ ਨੇ ਨੇਟੋ ਜੁਆਇਨ ਕਰਨੀ ਹੈ ਤਾਂ। ਹਾਂਜੀ, ਇੱਕ ਵਿਸ਼ ਲਿਸਟ ਸਭ ਤੋਂ ਵੱਡੀ ਉਹਨਾਂ ਦੀ ਇਹੀ ਆ ਕਿ ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਹੋ ਜੀ। ਤੇ ਜੇ ਕਹਿੰਦੇ ਆ, ਇਹ ਤਾਂ ਮਤਲਬ ਆਪਣੇ ਪੁਰਾਣੇ ਜੋ ਕੁਝ ਪਹਿਲਾਂ ਕਰਦੇ ਰਹੇ ਆ ਉਹਦੇ ਖਿਲਾਫ ਖੁਦ ਹੀ ਜਾ ਰਹੇ ਆ। ਉਹਨਾਂ ਦੇ ਬੰਦੇ ਲੋਕੀ ਪੁੱਛਣਗੇ ਕਿ ਤੁਸੀਂ ਕਰਡਿਸ਼ ਵਰਕਰਜ਼ ਪਾਰਟੀ ਨੂੰ ਕਹਿੰਦੇ ਸੀ ਕਿ ਇਹਨਾਂ ਨੂੰ, ਇਹ ਆਪਣੇ ਹੱਕਾਂ ਲਈ ਲੜਦੇ ਆ, ਇਹ ਹਿਊਮਨ ਰਾਈਟਸ ਲਈ ਲੜਦੇ ਆ, ਤੇ ਹੁਣ ਉਹ ਟੈਰਰਿਸਟ ਬਣ ਗਏ। ਕੀ ਇਹ ਤੁਹਾਡਾ ਸਟੈਂਡ ਕੀ ਹੈ ਤੁਹਾਡਾ? ਜੀ, ਤੇ ਟਰਕੀ ਵਾਲਿਆਂ ਨੇ ਹੁਣ ਮੈਦਾਨੇ ਜੰਗ ਦੇ ਜਾ ਕੇ ਉਹਨਾਂ ਨੂੰ ਘੇਰ ਲਿਆ, ਦੋਹਾਂ ਨੂੰ। ਆਪਣਾ ਉਹਨਾਂ ਨੇ ਪੂਰਾ ਸਟੈਂਡ ਲੈ ਲਿਆ। ਉਹਨਾਂ ਨੇ ਸਟੈਂਡ ਆਪਣੀ ਸਟੇਟ ਨੂੰ ਡਿਫੈਂਡ ਕਰਦੇ ਆ। ਉਹਨਾਂ ਨੇ ਇਹ ਜਾਣ ਬੁੱਝ ਕੇ ਇਹ ਲੀਕ ਕੀਤੀ ਹੈ ਵੈਸੇ। ਹਾਂਜੀ, ਵੈਸੇ ਜਿਹੜੇ ਜਿੱਦਾਂ ਦੀਆਂ ਕਈ ਅਸੀਂ ਗੱਲ ਕੀਤੀ ਨਾ, ਲੀਕ ਕਰਦੇ ਆ, ਜਾਣ ਕੇ ਲੀਕ ਕਰਦੇ ਆ ਕਈ। ਹੁਣ ਤਾਂ ਜ਼ਿਆਦਾ ਹੀ ਕੁਝ ਫੈਸ਼ਨ ਜਿਹਾ ਹੋ ਗਿਆ, ਲੀਕ ਡਾਕੂਮੈਂਟ ਸਾਹਮਣੇ ਆ ਜਾਂਦੇ ਕੁਝ ਸਮੇਂ ਬਾਅਦ। ਉਹ ਫਿਰ ਦੱਸਣਾ ਹੁੰਦਾ ਵੀ ਅਸੀਂ ਤਾਂ ਵੈਸੇ ਸੀਕ੍ਰੇਟ ਗੱਲ ਕਰਦੇ ਸੀ, ਪਰ ਮੀਡੀਆ ਨੂੰ ਕਿਸੇ ਨਾ ਕਿਸੇ ਤਰ੍ਹਾਂ ਲੀਕ ਹੋ ਗਈ ਇਹ ਗੱਲ, ਪਤਾ ਨਹੀਂ ਲੱਗਿਆ। ਤੇ ਜਾਣ ਕੇ ਕਰਦੇ ਆ ਵੀ ਇਹ ਮੀਡੀਆ ਛਾਪੇ ਤੇ ਇਹਨਾਂ ਤੇ ਪ੍ਰੈਸ਼ਰ ਵਧੇ। ਹਾਂਜੀ, ਇਸ ਲੀਕ ਦਾ ਮਤਲਬ ਇਹ ਸੀ ਕਿ ਸਵੀਡਨ ਤੇ ਤਾਂ ਫਿਨਲੈਂਡ ਤੇ ਪ੍ਰੈਸ਼ਰ ਪਵੇ ਜੀ। ਹੁਣ ਜੇ ਅਮਰੀਕਾ ਵਾਲੇ
ਤੇ ਹੋਰ ਮੁਲਕ ਚਾਹੁੰਦੇ ਆ ਉਹ ਨੈਟੋ ਨੂੰ ਜੁਆਇਨ ਕਰਨ, ਉਹ ਖੁਦ ਵੀ ਚਾਹੁੰਦੇ ਆ ਕਿ ਅਸੀਂ ਨੈਟੋ ਨੂੰ ਜੁਆਇਨ ਕਰੀਏ, ਫਿਰ ਉਹਨਾਂ ਤੇ ਪ੍ਰੈਸ਼ਰ ਇਹ ਹੋਣਾ ਵੀ ਜਿਹੜੀਆਂ ਟਰਕੀ ਦੀਆਂ ਮੰਗਾਂ ਲੀਕ ਹੋਈਆਂ ਹੈ ਹਾਂਜੀ ਉਹਨਾਂ ਨੂੰ ਮੰਨੋ ਜੀ। ਇਹ ਲੀਕ ਦੇ ਪਿੱਛੇ ਬਹੁਤ ਵੱਡਾ ਮਕਸਦ ਹੈ। ਹਾਂਜੀ ਡਾਕਟਰ ਸਾਹਿਬ ਬਿਲਕੁਲ, ਕਿਉਂਕਿ ਟਰਕੀ 1952 ਤੋਂ ਮੈਂਬਰ ਆ ਨੈਟੋ ਦਾ ਤੇ ਹੁਣ ਉਹਨੇ ਆਪਣਾ ਜਿਹੜਾ ਸਟੈਂਡ ਲਿਆ, ਇਸੇ ਕਰਕੇ ਤਾਂ ਫਿਰ ਹੁਣ ਉਹਨੇ ਤੇਵਰ ਵੀ ਦਿਖਾਉਣੇ ਸ਼ੁਰੂ ਕੀਤੇ ਹੈਗੇ ਆ। ਡਾਕਟਰ ਸਾਹਿਬ ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ ਮਿਲਟਰੀ ਆਪਰੇਸ਼ਨਸ ਨੂੰ ਲੈ ਕੇ ਯੂਕਰੇਨ ਵੱਲੋਂ ਯੂਐਸ ਨੂੰ ਹਨੇਰੇ ਵਿੱਚ ਰੱਖਿਆ ਗਿਆ। ਹੁਣ ਤੁਸੀਂ ਦੇਖੋ ਵੀ ਯੂਐਸ ਉਹਨਾਂ ਦਾ ਬਿਗੇਸਟ ਕਹਿ ਲਓ ਤੁਸੀਂ ਸਪਾਂਸਰ ਹੈਗਾ, ਹਥਿਆਰਾਂ ਨੂੰ ਲੈ ਕੇ ਹਥਿਆਰ ਸਪਲਾਈ ਕਰਦੇ ਆ ਤੇ ਉਹਨਾਂ ਨੂੰ ਵੀ ਉਹ ਪੂਰੀ ਜਾਣਕਾਰੀ ਨਹੀਂ ਦਿੰਦੇ ਹੈਗੇ, ਤੱਥਾਂ ਨੂੰ ਕਹਿੰਦੇ ਆ ਕਿ ਤੋੜ ਮਰੋੜ ਕੇ ਉਹਨਾਂ ਸਾਹਮਣੇ ਪੇਸ਼ ਕੀਤਾ ਜਾਂਦਾ। ਕੀ ਕਹਿਣਾ ਚਾਹੋਗੇ ਤੁਸੀਂ ਇਸ ਰਿਪੋਰਟ ਤੇ? ਦੇਖੋ ਇਹ ਕੋਈ ਨਵੀਂ ਗੱਲ ਨਹੀਂ ਕਿ ਹਰੇਕ ਹੀ ਮਿਲਟਰੀ ਜਿਹੜੀ ਆ, ਹਰੇਕ ਦੇਸ਼ ਆਪਣੀ ਸੀਕ੍ਰੇਸੀ ਕਦੇ ਦੱਸਦੇ ਨਹੀਂ ਹੁੰਦੇ। ਹਾਂਜੀ ਹੁਣ ਯੂਐਸ ਤੇ ਇਜ਼ਰਾਈਲ ਕਿੰਨਾ ਡਿਪੈਂਡੈਂਟ ਹੈ ਇੰਟਰਨੈਸ਼ਨਲੀ, ਜਿਹੜੀ ਸਿਕਿਉਰਿਟੀ ਕਾਉਂਸਲ ਤੇ ਰੈਜ਼ੋਲੂਸ਼ਨ ਆਉਂਦੇ ਰਹਿੰਦੇ ਆ ਉਹਨਾਂ ਨੂੰ ਵੀਟੋ ਕਰਦੇ ਤਾਂ ਯੂਐਸ ਵਾਲੇ ਕਰਦੇ ਆ, ਜਿੰਨੇ ਹਥਿਆਰ ਦਿੰਦੇ ਯੂਐਸ ਵਾਲੇ ਉਹਨਾਂ ਨੂੰ ਦਿੰਦੇ। ਪਿੱਛੇ ਜਿਹੇ ਇਜ਼ਰਾਈਲ ਆਉਣ ਦੀ ਖਬਰ ਆਈ ਸੀ ਯੂਐਸ ਦੇ ਵਿੱਚ, ਉਹ ਇਹਨਾਂ ਤੇ ਜਸੂਸੀ ਕਰਦੇ, ਇਹ ਵੀ ਕਰਦੇ ਹੋਣੇ ਉਹਨਾਂ ਦੇ, ਮਤਲਬ ਆਪਣਾ ਦੇਸ਼ ਜਿਹੜਾ ਆ ਉਹਦੀ ਕੌਮੀ ਹਿੱਤ ਪਹਿਲਾਂ ਆਉਂਦਾ। ਦੂਸਰੀ ਗੱਲ ਜਿਹੜੀ ਯੂਕਰੇਨ ਤੇ ਇਹਨਾਂ ਨੂੰ ਗੁੱਸਾ ਵੀ ਆਇਆ, ਨਿਊਯਾਰਕ ਟਾਈਮਜ਼ ਨੇ ਉਹ ਤਾਂ ਹੀ ਗੁੱਸਾ ਜ਼ਾਹਰ ਕੀਤਾ ਹੈ ਕਿ ਅਸੀਂ ਤਾਂ ਤੁਹਾਨੂੰ ਹਥਿਆਰ ਦਿੰਦੇ ਆ, ਹੁਣੇ ਹੀ ਪੈਸੇ ਦੇ $40 ਬਿਲੀਅਨ ਦੇ ਹਥਿਆਰ ਹੀ ਦਿੱਤੇ ਵੈਸੇ ਉਹ। ਹਾਂਜੀ ਤੇ ਸਾਨੂੰ ਪਤਾ ਨਹੀਂ ਮਿਲਟਰੀ ਆਪਰੇਸ਼ਨਸ ਬਾਰੇ, ਤੁਹਾਡੇ ਬਾਰੇ ਜੀ, ਸਾਡੇ ਤੋਂ ਸੀਕ੍ਰੇਸੀ ਰੱਖਦੇ ਆ। ਇਹ ਯੂਰਪੀਅਨ ਮੁਲਕਾਂ ਨੇ ਕੁਝ ਸੈਟਲਾਈਟ ਲਾਈਆਂ ਆ ਉੱਥੇ, ਉੱਥੋਂ ਜਿਹੜੀ ਜਾਣਕਾਰੀ ਉਹਨਾਂ ਨੂੰ ਮਿਲਦੀ ਆ ਉਹ ਜਾਣਕਾਰੀ ਯੂਜ਼ ਕਰਦੇ ਆ ਪੈਂਟਾਗਨ ਵਾਲੇ, ਪਰ ਇਹਨਾਂ ਨੂੰ ਯੂਕਰੇਨ ਵਾਲੇ ਦੱਸਦੇ ਨਹੀਂ। ਹਾਂਜੀ ਇੱਕ ਵਾਰੀ ਅਫਰੀਕਨ ਨੈਸ਼ਨਲ ਕਾਂਗਰਸ ਤੇ ANC ਦਾ ਡੈਲੀਗੇਟ ਹੁੰਦਾ ਸੀ ਉੱਥੇ ਨਿਊਯਾਰਕ UN ਦੇ ਵਿੱਚ, ਉਹ ਸਾਡੇ ਯੂਨੀਵਰਸਿਟੀ ਟੋਰਾਂਟੋ ਦੇ ਵਿੱਚ ਇੱਕ ਸੈਮੀਨਾਰ ਦਿੱਤਾ ਉਹਨੇ। ਉਸ ਤੋਂ ਬਾਅਦ ਕਾਫੀ ਪੀਂਦੇ ਸੀ ਬੈਠੇ, ਤਾਂ ਉਹਨਾਂ ਨੇ ਇੱਕ ਐਨਕਡੋਟ ਸੁਣਾ ਰਿਹਾ ਸੀ। ਵੈਸੇ ਉਹ ਕਹਿੰਦੇ ਕਿ ਅਸੀਂ ਕੋਈ ਗੱਲ ਕੀਤੀ ਤੇ ਮੇਰੇ ਨਾਲ ਅੰਬੈਸਡਰ ਬੈਠਾ ਸੀ US ਦਾ, ਤੇ US ਦੇ ਅੰਬੈਸਡਰ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਜਰਾ ਬਾਹਰ ਜਾਓ, ਅਸੀਂ ਕੋਈ ਸੀਕ੍ਰੇਟ ਗੱਲ ਕਰਨੀ ਹੈ ANC ਵਾਲਿਆਂ ਨੂੰ। ANC ਵਾਲਿਆਂ ਨੇ ਆਪਣੀ, ਉਹ ਕਹਿੰਦੇ ਕਿ ਤੁਸੀਂ ਰਸ਼ੀਆ ਵਾਲਿਆਂ ਨਾਲ ਬਿਠਾਏ ਆ, ਕੋਈ ਗੱਲ ਨਹੀਂ, ਤੇ ਰਸ਼ੀਆ ਵਾਲਿਆਂ ਨੂੰ ਵੀ ਕਹੀ ਜਾਂਦੇ ਇਹ ਵੀ ਤੁਹਾਡੇ ਚੰਗੇ ਦੋਸਤ ਆ, ਅਸੀਂ ਵੀ ਤੁਹਾਡੀ ਹਮਾਇਤ ਕਰਦੇ ਹਾਂ, ਇਕਨੋਮਿਕ ਸੈਂਕਸ਼ਨਸ ਲਾਉਣ ਲੱਗੇ ਹਾਂ, ਪਰ ਤੁਸੀਂ ਆਪਸ ਵਿੱਚ ਹੀ ਜੋ ਗੱਲ ਕਰਨੀ ਹੈ ਤਾਂ ਸਾਨੂੰ ਕਿਉਂ ਬਾਹਰ ਕੱਢੀ ਜਾਂਦੇ? ਉਹ ਕਹਿੰਦੇ ਵੀ ਸਾਡੀ ਸੀਕ੍ਰੇਟ ਕੋਈ ਗੱਲ ਆ। ਫਿਰ ਕਹਿੰਦੇ ਉਹ ਸਾਨੂੰ, ਫਿਰ ਰਸ਼ੀਅਨ ਅੰਬੈਸਡਰ ਆ ਗਿਆ, ਉਹਨਾਂ ਨੂੰ ਅਮਰੀਕਨ ਅੰਬੈਸਡਰ ਤਾਂ ਚਲ ਗਿਆ ਉੱਥੋਂ, ਉਹਨੂੰ ਪਤਾ ਸੀ ਕਿ ANC ਵਾਲੇ ਥੋੜ੍ਹੇ ਜਿਹੇ ਖਿਲਾਫ ਸੀ ਅਮਰੀਕਾ ਵਾਲਿਆਂ ਦੇ, ਇਹ ਉਹਨੂੰ ਸਮਝ ਆ ਗਈ ਕਿ ਮੈਨੂੰ ਤਾਂ ਕੱਢ ਦਿੱਤਾ ਇਹਨਾਂ ਨੇ ਮੀਟਿੰਗ ਦੇ ਵਿੱਚੋਂ। ਉਹ ਰਸ਼ੀਆ ਵਾਲੇ ਨੂੰ ਜ਼ਿਆਦਾ ਗੁੱਸਾ ਲੱਗਾ, ਕਹਿੰਦਾ ਅਸੀਂ ਸਾਰੇ ਪੈਸੇ ਤਾਂ ਅਸੀਂ ਦਿੰਦੇ ਤੁਹਾਨੂੰ, ਹਥਿਆਰ ਅਸੀਂ ਭੇਜਦੇ ਹਾਂ, ਤੁਸੀਂ ਕਿੱਦਾਂ ਸੋਚਦੇ ਸਕਦੇ ਆ ਵੀ ਅਸੀਂ ਤੁਹਾਡੀ ਗੱਲ ਬਾਅਦ ਦੱਸ ਦਿਆਂਗੇ? ਉਹ ਕਹਿੰਦਾ ਮੈਂ ਫਿਰ ਸੋਵੀਅਤ ਅੰਬੈਸਡਰ ਨੂੰ ਕਿਹਾ ਵੀ ਅਸੀਂ ਤੁਹਾਡੇ ਤੇ ਸ਼ੱਕ ਨਹੀਂ ਕਰਦੇ, ਤੁਸੀਂ ਨਹੀਂ ਦੱਸਣੀ ਕਿਸੇ ਸਾਊਥ ਅਫਰੀਕਾ ਵਾਲਿਆਂ ਨੂੰ, ਤੁਸੀਂ ਦੱਸਣੀ ਅਮਰੀਕਾ ਵਾਲਿਆਂ ਨੂੰ, ਅਮਰੀਕਾ ਵਾਲਿਆਂ ਨੇ ਦੱਸਣੀ ਹੈ ਸਾਊਥ ਅਫਰੀਕਾ ਵਾਲਿਆਂ ਨੂੰ। ਇਸ ਕਰਕੇ ਅਸੀਂ ਆਪਣੀ ਚਾਹੁੰਦੇ ਹਾਂ ਕਿ ਅਸੀਂ ਆਪਣੀ ਗੱਲ ਆਪਸ ਵਿੱਚ ਹੀ ਕਰੀਏ ਜੀ। ਸੋ ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਇਹ ਹੋਵੇ ਯੂਕਰੇਨ ਵਾਲਿਆਂ ਦੇ ਕਿ ਅਸੀਂ ਅਮਰੀਕਾ ਵਾਲਿਆਂ ਨੂੰ ਗੱਲ ਦੱਸਣੀ ਹੈ, ਇਹਨਾਂ ਨੇ ਹੋਰਨਾਂ ਤੋਂ ਗੱਲ ਕੀਤੀ, ਉਹ ਲੀਕ ਹੋ ਕੇ ਜਰਮਨੀ ਵਾਲਿਆਂ ਤੋਂ ਚੱਲ ਜਾਵੇ ਅੱਜ ਕੱਲ੍ਹ, ਤਾਂ ਉਹ ਸਮਝਦੇ ਇਹ ਆ ਕਿ ਜਰਮਨੀ ਵਾਲਿਆਂ ਨੇ ਰਸ਼ੀਆ ਨੂੰ ਦੱਸ ਦੇਣੀ ਹੈ। ਹਾਂਜੀ ਮਤਲਬ ਇੱਕ ਦੇਸ਼ ਨੇ ਇਹਨਾਂ ਨੂੰ ਇਨਵੋਲਵ, ਉਹ ਦੇਖਦੇ ਰਹਿੰਦੇ ਆ ਲਿੰਕ, ਇਹਦੇ ਤੋਂ ਉਹਦੇ ਤੇ ਚੱਲ ਗਿਆ, ਉਹਦੇ ਤੋਂ ਉਹਦੇ ਚੱਲ ਗਿਆ, ਅਖੀਰ ਤੇ ਜਾ ਕੇ ਤੁਹਾਡੇ ਦੁਸ਼ਮਣ ਨੂੰ ਪਤਾ ਲੱਗ ਜਾਂਦਾ। ਹਾਂਜੀ ਸੋ ਹਰ ਇੱਕ ਦੇਸ਼ ਦੀ ਕੋਸ਼ਿਸ਼ ਇਹ ਆ ਕਿ ਜਿੰਨੀ ਵੀ ਇਨਫੋਰਮੇਸ਼ਨ ਉਹਨਾਂ ਦੀ ਸਟ੍ਰੈਟੇਜਿਕ ਇਨਫੋਰਮੇਸ਼ਨ ਹੈ, ਖਾਸ ਤੌਰ ਤੇ ਆਰਮੀ ਦੀ, ਉਹ ਕਿਸੇ ਨੂੰ ਵੀ ਨਾ ਦੱਸੀ ਜਾਵੇ, ਭਾਵੇਂ ਉਹ ਮਿੱਤਰ ਹੋਣ ਚਾਹੇ ਦੁਸ਼ਮਣ ਹੋਣ ਜੀ। ਇਸੇ ਕਰਕੇ ਫਿਰ ਇਹਨਾਂ ਨੇ ਸੀਕ੍ਰੇਟ ਰੱਖਿਆ ਤੇ ਫਿਰ ਵਾਸ਼ਿੰਗਟਨ ਵਾਲੇ ਥੋੜਾ ਜਿਹਾ ਇਸ ਚੀਜ਼ ਨੂੰ ਲੈ ਕੇ ਮਾਈਂਡ ਕਰ ਗਏ, ਆਪਾਂ ਕਹਿ ਸਕਦੇ ਹਾਂ। ਡਾਕਟਰ ਸਾਹਿਬ ਰੁੱਖ ਕਰਦੇ ਹਾਂ ਅਗਲੀ ਖਬਰ ਵੱਲ। ਕੀਵ ਦੀ ਜਿਹੜੀ ਮਿਨਿਸਟਰੀ ਆਫ ਐਜੂਕੇਸ਼ਨ ਆ, ਉਹਨਾਂ ਨੇ ਐਲਾਨ ਕੀਤਾ ਕਿ ਉਹ ਜਿਹੜੇ ਉੱਥੇ ਸਕੂਲ ਹੈਗੇ ਆ
ਉੱਥੇ ਜਿਹੜੀ ਰਸ਼ੀਆ ਦੀ ਵਡਿਆਈ ਕਰਨ ਵਾਲਾ ਜਿੰਨਾ ਵੀ ਸਟੱਡੀ ਮਟੀਰੀਅਲ ਹੈਗਾ ਉਹਨਾਂ ਨੇ ਕਿਹਾ ਕਿ ਉੱਥੇ ਨਹੀਂ ਪੜਾਇਆ ਜਾਊਗਾ ਉਹ ਸਕੂਲਾਂ ਦੇ ਵਿੱਚ। ਖਾਸ ਕਰਕੇ ਉਹਨਾਂ ਨੇ ਲਿਓ ਟਾਲਸਟਾਏ ਦਾ ਮਾਸਟਰਪੀਸ ਆ ਵਾਰ ਐਂਡ ਪੀਸ ਉਹਨੂੰ ਹਟਾ ਦਿੱਤਾ। ਦੇਖੋ ਕਹਿੰਦੇ ਨੇ ਲੜਾਈ ਦੇ ਵਿੱਚ ਸਭ ਕੁਝ ਜਾਇਜ਼ ਹੈ। ਇਹ ਲਿਟਰੇਚਰ ਹੈ ਜਿੱਦਾਂ ਹੁਣ ਤੁਸੀਂ ਸਾਨੂੰ ਕਹਿਣ ਵੀ ਤੁਸੀਂ ਹੀਰ ਰਾਂਝਾ ਨਹੀਂ ਬਾਬਾ ਵਾਰਿਸ ਸ਼ਾਹ ਦੀ ਪੜ੍ਹ ਸਕਦੇ ਕਿਉਂਕਿ ਉਹ ਲਹਿੰਦੇ ਪੰਜਾਬ 'ਚ ਪੰਜਾਬ ਵਾਲੇ ਨੇ ਬੰਦੇ ਨੇ ਲਿਖੀ ਸੀ। ਇਹ ਲਿਟਰੇਚਰ ਜਿਹੜਾ ਉਹ ਕਮ ਸੇ ਕਮ ਉਹਨੂੰ ਤਾਂ ਇੰਡੀਪੈਂਡੈਂਟ ਰਹਿਣ ਦੇਣ ਥੋੜਾ ਜਿਹਾ ਜੀ। ਜਿਹੜਾ ਵਾਰ ਐਂਡ ਪੀਸ ਇੰਨੀ ਵਧੀਆ ਕਿਤਾਬ ਲਿਖੀ ਹੈ ਨਾ, ਜੇ ਤੁਸੀਂ ਉਹਦਾ ਵਿਸ਼ਾ ਵਸਤੂ ਸ਼ੁਰੂ ਹੁੰਦਾ ਨਪੋਲੀਅਨ ਨੇ ਹਮਲਾ ਕਰ ਦਿੱਤਾ ਸੀ ਰਸ਼ੀਆ ਤੇ ਰਸ਼ੀਆ ਵਾਲਿਆਂ ਨੇ ਉਹ ਰਿਪਲਸ ਕਰਤਾ ਉਹਨਾਂ ਦਾ ਨਪੋਲੀਅਨ ਦਾ ਹਮਲਾ। ਹਾਲਾਂਕਿ ਨਪੋਲੀਅਨ ਦੇ ਕੋਲ ਸੁਪੀਰੀਅਰ ਫੋਰਸ ਸੀ। ਉਹਦੇ ਵਿੱਚ ਹੁਣ ਸਿਫਤ ਕੀਤੀ ਆ ਉਹਨੇ, ਓਬਵੀਅਸਲੀ ਉਹ ਰਸ਼ੀਅਨ ਬੰਦਾ ਸੀ, ਉਹਨੇ ਇਹ ਵੀ ਸਿਫਤ ਕੀਤੀ ਹੈ ਕਿ ਰਸ਼ੀਆ ਵਾਲਿਆਂ ਦੀ ਆਰਮੀ ਬੜੀ ਬਹਾਦਰੀ ਨਾਲ ਲੜੀ ਹੈ। ਯੂਕਰੇਨੀਅਨ ਸਰਕਾਰ ਤੋਂ ਇਹ ਸਹਿ ਨਹੀਂ ਹੁੰਦਾ ਕਿ ਕਿਤਾਬ ਦੇ ਵਿੱਚ ਕਿੱਦਾਂ ਰਸ਼ੀਆ ਦੀ ਆਰਮੀ ਦੀ ਸਿਫਤ ਕੀਤੀ ਹੈ। ਰਿਐਲਿਟੀ ਤਾਂ ਇਹ ਸੀ, ਰਸ਼ੀਆ ਦੀ ਆਰਮੀ ਵਾਕਿਆ ਬਹਾਦਰੀ ਨਾਲ ਲੜੀ ਹੈ ਉੱਥੇ ਨਪੋਲੀਅਨ ਦੇ ਖਿਲਾਫ। ਹਾਂਜੀ, ਉਹਨਾਂ ਨੇ ਮਾਸਕੋ ਨੂੰ ਅੱਗ ਲਾਤੀ ਸੀ। ਵੈਸੇ ਉਹਦੇ ਬਾਵਜੂਦ ਵੀ ਨਪੋਲੀਅਨ ਦੀ ਹਾਰ ਹੋਈ, ਉਹਦੇ ਬਾਵਜੂਦ ਵੀ ਰਸ਼ੀਆ ਦੀ ਆਰਮੀ ਜਿੱਤ ਗਈ। ਹੁਣ ਇਹ ਗੱਲ ਜ਼ੈਲੈਂਸਕੀ ਤੋਂ ਸਹਿ ਨਹੀਂ ਹੁੰਦੀ ਕਿਉਂਕਿ ਉਹ ਕਹਿੰਦੇ ਸਮਝਦੇ ਕਿ ਰਸ਼ੀਆ ਵਾਲੇ ਹੁਣ ਸਾਡੇ ਦੁਸ਼ਮਣ ਬਣ ਗਏ। ਹਾਂਜੀ, ਤੇ ਇਸ ਕਰਕੇ ਲਿਟਰੇਚਰ ਤੋਂ ਹੀ ਤੁਸੀਂ ਕਹਿ ਲਓ ਵੀ ਇਹ ਵੀ ਵਿਕਟਮ ਬਣ ਗਿਆ ਇੱਕ ਕਿਸਮ ਦਾ। ਹਾਂਜੀ, ਵੈਸੇ ਤਾਂ ਲਿਟਰੇਚਰ ਹੋਣਾ ਚਾਹੀਦਾ। ਤਾਂ ਟਾਲਸਟਾਏ ਦੀ ਉਹ ਜਿਹੜੀ ਵਾਰ ਐਂਡ ਪੀਸ ਤੁਸੀਂ ਪੜ੍ਹੋ ਤਾਂ ਇੰਨਾ ਬੰਦਾ ਸੋਚਦਾ ਕਿ ਇਸ ਤਰ੍ਹਾਂ ਦਾ ਵੀ ਰਾਈਟਰ ਹੋ ਸਕਦਾ। ਜੇ ਬਹੁਤ ਰਾਈਟਰ ਨੂੰ ਅਸੀਂ ਪੜ੍ਹਦੇ ਹਾਂ ਲੇਖਕਾਂ ਨੂੰ, ਪਰ ਜਿਹੜਾ ਮਜ਼ਾ ਟਾਲਸਟਾਏ ਦੀਆਂ ਰਾਈਟਿੰਗ ਪੜ੍ਹ ਕੇ ਆਉਂਦਾ ਨਾ ਉਹ 'ਚੋਂ ਦਿਖਾਈ ਦਿੰਦਾ ਕਿ ਇਸ ਬੰਦੇ ਨੂੰ ਸੱਚੀ ਰੱਬ ਹੀ ਦੇਣ ਆ ਕੋਈ, ਜਿਸ ਤਰੀਕੇ ਦੇ ਨਾਲ ਉਹ ਪੇਸ਼ ਕਰਦਾ ਹੈ ਜਿੰਨੀਆਂ ਵੀ ਰਾਈਟਿੰਗ ਹੈ ਉਹਦੀਆਂ ਇਸ ਹਿਸਾਬ ਨਾਲ। ਔਰ ਖਾਸ ਤੌਰ ਤੇ ਵਾਰ ਐਂਡ ਪੀਸ ਹੈਗੀ ਕਿਤਾਬ ਬਹੁਤ ਮੋਟੀ ਹੈ। ਹਾਂਜੀ, ਇਹ ਸਾਡੀ ਲਿਟਰੇਚਰ ਹੁੰਦੀ ਸੀ ਤਾਂ ਉਸ ਵੇਲੇ ਇਹਨੂੰ ਦੇਖ ਕੇ ਨੀਂਦ ਆ ਜਾਂਦੀ ਹੁੰਦੀ ਸੀ, ਇੰਨਾ ਮੋਟੀ ਕਿਤਾਬ ਸੀ। ਹਾਂਜੀ, ਪਰ ਹੁਣ ਦੁਬਾਰਾ ਪੜ੍ਹਦੇ ਆ ਇਹਨਾਂ ਨੂੰ ਤਾਂ ਉਹ 'ਚੋਂ ਉਹ ਮਜ਼ਾ ਆਉਂਦਾ ਜਿਹੜਾ ਉਸ ਵੇਲੇ ਨਹੀਂ ਸੀ ਆਉਂਦਾ ਹੁੰਦਾ ਜੀ। ਉਸ ਵੇਲੇ ਤਾਂ ਸਾਨੂੰ ਪੜ੍ਹਨੀ ਪੈਂਦੀ ਸੀ, ਤਾਂ ਅੱਜ ਕੱਲ੍ਹ ਉਹ ਪੜ੍ਹਦੇ ਆ ਮਜ਼ਾ ਲੈਣ ਲਈ ਵੀ ਇਹ ਕਿਤਾਬ ਵਧੀਆ ਲਿਖੀ ਹੈ। ਅੱਜ ਕੱਲ੍ਹ ਪੜ੍ਹਦੇ ਹੋ ਕਿਉਂਕਿ ਤੁਸੀਂ ਪੜ੍ਹਨਾ ਚਾਹੁੰਦੇ ਹੋ। ਅੱਜ ਕੱਲ੍ਹ ਪੜ੍ਹਨਾ ਚਾਹੁੰਦੇ ਆ, ਤੇ ਜਦੋਂ ਸਾਡੀ ਲਿਟਰੇਚਰ ਦੀ ਕਲਾਸ ਦਾ ਹਿੱਸਾ ਹੁੰਦੀ ਸੀ ਉਦੋਂ ਪੜ੍ਹਨੀ ਪੈਂਦੀ ਸੀ, ਮਜਬੂਰੀ ਸੀ ਜੀ। ਡਾਕਟਰ ਸਾਹਿਬ, ਰੁੱਖ ਕਰਦੇ ਆ ਹੁਣ ਅਗਲੀ ਖਬਰ ਵੱਲ। ਵੈਸੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਨਾ ਜਦੋਂ ਕੋਈ ਲੈਕਚਰ ਦੇ ਰਹੇ ਹੁੰਦੇ ਆ, ਕਈ ਵਾਰੀ ਤਾਂ ਜਿਹੜੇ ਆਡੀਅנס ਹੁੰਦੇ ਉਹ ਬੈਠ ਕੇ ਸੁਣ ਲੈਂਦੇ ਆ, ਪਰ ਕਈ ਵਾਰੀ ਹੁੰਦਾ ਕੀ ਆ ਕਿ ਜਦੋਂ ਕੋਈ ਲੈਕਚਰ ਦੇਣਾ ਸ਼ੁਰੂ ਕਰਦਾ, ਆਪਾਂ ਕਿਸੇ ਫੰਕਸ਼ਨ 'ਚ ਜਾਂਦੇ ਆ, ਲੋਕੀ ਉੱਠ ਕੇ ਜਾਣੇ ਸ਼ੁਰੂ ਹੋ ਜਾਂਦੇ ਆ। ਉਹਦਾ ਕਾਰਨ ਕੀ ਆ ਇਹ ਤਾਂ ਹੁਣ ਤੁਹਾਡੇ ਤੋਂ ਮੈਂ ਪੁੱਛੂੰਗੀ ਜ਼ਰੂਰ, ਪਰ ਇੱਕ ਨਾ ਖਬਰ ਹੈਗੀ ਆ, ਹਾਰਵਰਡ ਕਮੈਂਸਮੈਂਟ ਸੈਰੇਮਨੀ ਚੱਲ ਰਹੀ ਸੀ, ਉੱਥੇ ਇੱਕ ਜਿਹੜੀ ਕੁੜੀ ਸੀਗੀ ਬੈਠੀ, ਉਹਨੇ ਦੇਖਿਆ ਕਿ ਜਦੋਂ ਲੈਕਚਰ ਦੇਣਾ ਸ਼ੁਰੂ ਹੋਇਆ ਉੱਥੇ ਤਾਂ ਉਹ ਉੱਠ ਕੇ ਚਲੇ ਗਈ। ਉਹਨੂੰ ਬਿਲਕੁਲ ਪਸੰਦ ਨਹੀਂ ਆਇਆ ਹੈਗਾ ਜਿਹੜਾ ਅਟਾਰਨੀ ਜਨਰਲ ਵੱਲੋਂ ਉੱਥੇ ਸਪੀਚ ਜਿਹੜੀ ਦਿੱਤੀ ਜਾ ਰਹੀ ਸੀ, ਉਹ ਕਹਿੰਦੀ ਬੋਰਿੰਗ ਬਹੁਤ ਜ਼ਿਆਦਾ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜਿਹੜੇ ਮੰਤਰੀ ਆ ਸਭ ਤੋਂ ਪਹਿਲਾਂ ਤਾਂ ਇਕੱਲੇ ਪੋਲੀਟੀਸ਼ੀਅਨ ਹੀ ਨਹੀਂ, ਬਹੁਤ ਬੰਦੇ ਆ ਜਿਨ੍ਹਾਂ ਨੂੰ ਲੈਕਚਰ ਨਹੀਂ ਦੇਣਾ ਆਉਂਦਾ, ਇਹਨਾਂ ਨੂੰ ਲਿਖ ਕੇ ਦੇ ਦਿੰਦੇ ਆ ਬਿਊਰੋਕਰੈਟ, ਸਿਵਲ ਸਰਵੈਂਟਸ। ਤੋਂ ਜਿੰਨੇ ਹੀ ਪੇਜ ਲਿਖਦੇ ਨੇ ਉਨੇ ਹੀ ਪੜ੍ਹਨੇ ਉਹਨਾਂ ਨੇ। ਉਹ ਇਹ ਨਹੀਂ ਦੇਖਦੇ ਕਿ ਆਡੀਅנס ਦੇ ਨਾਲ ਉਹਨਾਂ ਨੇ ਕਨੈਕਟ ਕਿਵੇਂ ਕਰਨਾ। ਸਭ ਤੋਂ ਪਹਿਲਾਂ ਤੁਹਾਨੂੰ ਸਿਖਾਉਂਦੇ ਆ, ਵੈਸੇ PR ਦੇ ਵਿੱਚ ਵੀ ਸਿਖਾਉਂਦੇ ਹੁੰਦੇ ਆ ਕਿ ਪਹਿਲਾਂ ਦੇਖੋ ਕਿ ਤੁਹਾਡੇ ਆਡੀਅנס ਕੀ ਆ। ਜੇ ਆਡੀਅנס ਦੇ ਵਿੱਚ ਉਹ ਬੰਦੇ ਬੈਠੇ ਹੋਣ ਜਿਨ੍ਹਾਂ ਨੂੰ ਬਸ ਖੇਤੀਬਾੜੀ ਦਾ ਪਤਾ ਆ, ਤਾਂ ਉਹਨਾਂ ਦੇ ਕੋਲ ਤੁਸੀਂ ਮੰਗਲ ਗ੍ਰਹਿ ਦੀਆਂ ਗੱਲਾਂ ਕਰੀ ਜਾਓ। ਮੈਂ ਹੁਣੇ ਪਿੱਛੇ ਜਦੋਂ ਇੰਡੀਆ 'ਚ ਗਿਆ ਸੀ, ਉੱਥੇ ਜਿੱਥੋਂ ਮਿਸਿਸ ਗਾਂਧੀ ਰਨ ਕਰਦੇ ਹੁੰਦੇ ਸੀ, ਰਾਏ ਬਰੇਲੀ ਦਾ ਇਲਾਕਾ ਆ ਉਹ। ਹਾਂਜੀ, ਉਸ ਇਲਾਕੇ ਦੇ ਵਿੱਚ ਰਾਹੁਲ ਗਾਂਧੀ ਤੇ ਇਹਨਾਂ ਦੀ ਭੈਣ ਦਾ ਕੀ ਨਾਮ ਹੈ, ਪ੍ਰਿਯੰਕਾ, ਇਹ ਦੋ ਜਾਣੇ ਗਏ ਸੀ। ਅਸੀਂ ਉੱਥੇ ਨਾਲ ਦੇ ਸ਼ਹਿਰ 'ਚ ਜਾਣਾ ਸੀ, ਤੇ ਮੈਂ ਕਿਹਾ ਚਲੋ ਮੈਨੂੰ ਤਾਂ ਆਦਤ ਹੈ ਵੀ ਚਲੋ ਇਹਨਾਂ ਦੀ ਸੁਣ ਲੈਂਦੇ ਹਾਂ, ਸਪੀਚ ਸੁਣਦੇ ਇਹਨਾਂ ਦੀ। ਤੇ ਇਹਨਾਂ ਦੀ ਸਪੀਚ ਸੁਣ ਲਈ, ਇੱਕ ਤਾਂ ਇਹ ਵੈਸੇ ਲੇਟ ਆਏ, ਜਿਹੜਾ ਕਿ ਨੋਰਮਲ ਹੈ ਗੱਲ, ਕੋਈ ਨਵੀਂ ਗੱਲ ਨਹੀਂ ਇਹ। ਦੋਏ ਜਾਣੇ ਔਰ ਬਾਕੀ ਦੇ ਵੀ ਨਾਲ ਦੇ ਬੰਦੇ ਲੇਟ ਸੀ ਕਾਫੀ।
ਫਿਰ ਇਹਨਾਂ ਨੇ ਉੱਥੇ ਇੰਟਰਨੈਸ਼ਨਲ ਪਾਲਿਸੀ ਬਾਰੇ, WTO ਬਾਰੇ ਇੰਨੀਆਂ ਗੱਲਾਂ ਕੀਤੀਆਂ ਜਿਹੜੀਆਂ ਮੇਰਾ ਖਿਆਲ ਉਹ ਜਿਹੜੇ ਲੋਕਲ ਬੰਦੇ ਖੜੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਆਹ ਸੰਧੀਆਂ ਹੁੰਦੀਆਂ ਕੀ ਆ। ਕੱਲੇ ਕੱਲੇ ਨੂੰ ਮਤਲਬ ਉਹਨਾਂ ਦੇ ਸਿਰ ਦੇ ਉੱਪਰ ਦੀ ਜਾ ਰਹੀ ਗੱਲ ਕਰ ਰਹੇ ਸੀ ਜੀ। ਤੇ ਫਿਰ ਲੰਬੀ ਸਪੀਚ ਸੀ ਦੋਹਾਂ ਜਣਾਂ ਦੀ। ਮੈਂ ਕਿਹਾ ਜੇ ਤੁਹਾਨੂੰ ਸੁਣਦੇ ਹੀ ਨਹੀਂ ਤਾਂ ਤੁਹਾਡੇ ਕੈਂਡੀਡੇਟਸ ਦੀ ਇੱਥੇ ਜ਼ਮਾਨਤ ਜ਼ਬਤ ਹੋਣੀ ਹੈ। ਮੇਰੇ ਨਾਲ ਦਾ ਬੰਦਾ ਸੀ ਜਿਹੜਾ ਮੈਂ ਉਹਨੂੰ ਦੱਸਿਆ, ਹਾਂਜੀ, ਤੇ ਉਹ ਬਾਅਦ ਦੇ ਵਿੱਚ ਹੱਸਦਾ ਹੀ ਕਹਿੰਦਾ ਵਾਕਿਆ ਇਹਨਾਂ ਦੀ ਉੱਥੇ ਜ਼ਮਾਨਤ ਜ਼ਬਤ ਹੋਈ ਹੈ। ਮੈਂ ਕਿਹਾ ਇਸ ਕਰਕੇ ਹੋਈ ਹੈ ਕਿ ਜੇ ਪਹਿਲਾ ਅਸੂਲ ਹੈ ਤੁਹਾਡਾ ਕਿ ਤੁਸੀਂ ਆਪਣੇ ਆਡੀਅנס ਪਛਾਣ ਲਓ, ਮੋਰੇ ਬੈਠਾ ਕੌਣ ਹੈ। ਹਾਂਜੀ। ਦੂਸਰੀ ਗੱਲ ਇਹ ਦੇਖੋ ਕਿ ਲੋਕਾਂ ਦੀ ਅਟੈਂਸ਼ਨ ਸਪੈਨ ਬਹੁਤ ਘੱਟ ਹੈ। ਹਾਂਜੀ। ਲੋਕੀ ਏਦਾਂ ਨਹੀਂ ਵੀ ਬੈਠੇ 24 ਘੰਟੇ ਤਾਂ ਪਾਠ ਨਹੀਂ ਸੁਣ ਹੁੰਦਾ ਜੀ। ਡਾਕਟਰ ਸਾਹਿਬ 24 ਘੰਟੇ ਤਾਂ ਬਹੁਤ ਹੁੰਦੇ ਆ, 24 ਮਿੰਟ ਵੀ ਬੈਠ ਕੇ ਸੁਣ ਲਵੇ ਨਾ ਅੱਜ ਕੱਲ ਦੇ ਟਾਈਮ ਜੋ ਵੀ ਵੱਡੀ ਗੱਲ ਆ। ਤੁਸੀਂ ਦੇਖੋ ਪਾਠ ਸੁਣਦੇ ਪਾਠ ਕਰਦੇ ਸੌਂ ਜਾਂਦੇ ਆ। ਹਾਂਜੀ। ਇੱਥੋਂ ਤਾਈਂ ਹਾਲਾਂਕਿ ਉਹਨਾਂ ਦੀ ਮਤਲਬ ਡਿਊਟੀ ਹੁੰਦੀ ਹੈ ਇਹ। ਤੁਸੀਂ ਕੀਰਤਨ ਸੁਣਨ ਜਾਂਦੇ ਆ, ਕਈ ਕੀਰਤਨੀਏ ਵਧੀਆ ਹੁੰਦੇ ਜਿਹਨਾਂ ਨੂੰ ਸੁਣਦੇ ਰਹਿੰਦੇ ਆ, ਬਾਕੀਆਂ ਤੇ ਤੁਸੀਂ ਸੌਂ ਜਾਂਦੇ। ਹਾਂਜੀ। ਤਾਂ ਇਸ ਮਤਲਬ ਇੱਕ ਆਡੀਅנס, ਦੂਸਰਾ ਤੁਹਾਨੂੰ ਟਾਈਮਿੰਗ ਦੇਖਣੀ ਪੈਂਦੀ ਹੈ ਜੀ। ਤੀਸਰੀ ਗੱਲ ਹੈਗੀ ਆ ਵੀ ਜ਼ਰੂਰੀ ਨਹੀਂ ਕਿ ਹਰ ਇੱਕ ਗੱਲ ਕਰਨੀ ਹੈ। ਤੁਸੀਂ 2 ਜਾਂ 3 ਇੰਪੋਰਟੈਂਟ ਮਸਲੇ ਉਠਾ ਲਓ ਆਪਣੀ ਸਪੀਚ ਦੇ ਵਿੱਚ, ਉਹਨਾਂ ਤੇ ਬੋਲੋ, ਜ਼ੋਰ ਨਾਲ ਬੋਲੋ। ਹਾਂਜੀ। ਤਾਂ ਕਿ ਲੋਕਾਂ ਨੂੰ ਸਮਝ ਆ ਜਾਵੇ ਕਿ ਆਹ ਤੈਂ 2 ਮਸਲੇ ਗੱਲ ਕੀਤੀ ਆ, ਇਹਨਾਂ ਦੀ ਇਹਨਾਂ ਦਾ ਕਨਕਲੂਜਨ ਆ, ਇਹਨਾਂ ਦਾ ਸਿੱਟਾ ਆ। ਹਾਂਜੀ। ਤਾਂ ਫਿਰ ਕੋਈ ਨਾ ਕੋਈ ਦਿਲਚਸਪ ਗੱਲ ਕਰੋ ਜੀ। ਸ਼ੁਰੂ ਇਸ ਗੱਲ ਨਾ ਕਰੋ, ਸ਼ੁਰੂ ਕਦੇ ਜੋਕ ਨਾਲ ਨਾ ਕਰੋ ਜੀ। ਕਹਿੰਦੇ ਹੁੰਦੇ ਇਹ ਕਿ ਜੇ ਤੁਸੀਂ ਜੋਕ ਸੁਣਾਤਾ ਨਾ ਸ਼ੁਰੂ ਦੇ ਵਿੱਚ ਹੀ, ਜੇ ਤਾਂ ਹੱਸ ਪਏ ਲੋਕੀ ਫਿਰ ਤਾਂ ਠੀਕ ਹੈ। ਹਾਂਜੀ। ਹੋ ਸਕਦਾ ਨਾ ਹੱਸਣਗੇ। ਹਾਂਜੀ, ਬਿਲਕੁਲ। ਫਿਰ ਤੁਹਾਡੀ ਸਪੀਚ ਜਾਂਦੀ ਲੱਗੀ ਨਾ ਜੀ। ਤੇ ਫਿਰ ਉਸ ਤੋਂ ਬਾਅਦ ਜੇ ਤੁਸੀਂ ਇਹ ਸੋਚਿਆ ਕਿ ਮੈਂ 49 ਆਈਟਮ ਲੈ ਕੇ ਆਇਆ ਸਾਰੀਆਂ ਹੀ ਬੋਲਣੀਆਂ, ਨਾ ਤਾਂ ਉਹ ਸੁਣਨ ਵਾਲਿਆਂ ਨੇ ਸੁਣਨਾ। ਹਾਂਜੀ। ਤੇ ਨਾ ਹੀ ਉਹਨਾਂ ਦੀ ਕੋਈ ਦਿਲਚਸਪੀ ਆ। ਹਾਂਜੀ। ਸਮਾਂ ਉਹਨਾਂ ਦਾ ਬਰਬਾਦ ਕਰ ਰਹੇ, ਉਹਨਾਂ ਦਾ ਵੀ ਤਾਂ ਆਪਣਾ ਵੀ ਜੀ। ਬਿਲਕੁਲ। ਤੇ ਜੇ ਤੀਜੀ ਗੱਲ ਹੈਗੀ ਹੈ ਜਦੋਂ ਲਿਖ ਕੇ ਲਿਆਉਣੇ ਨਾ ਸਪੀਚ, ਉਹ ਠੀਕ ਹੈ ਤੁਹਾਨੂੰ ਜਦੋਂ ਤੁਸੀਂ ਅਫੀਸ਼ੀਅਲ ਤੌਰ ਤੇ ਬੋਲਣਾ ਹੋਵੇ ਕਿਤੇ। ਨਾਰਮਲੀ ਜਦੋਂ ਲੋਕਾਂ ਦੀ ਅਟੈਂਸ਼ਨ ਲਿਆਉਣੀ ਪੈਂਦੀ ਹੈ ਉਦੋਂ ਤੁਸੀਂ ਲਿਖ ਕੇ ਨਹੀਂ ਬੋਲ ਸਕਦੇ ਜੀ। ਜੇ ਅਸੀਂ ਇੱਥੇ ਲਿਖ ਕੇ ਸਭ ਕੁਝ ਲੈ ਕੇ ਆਈਏ ਵੀ 2 ਘੰਟੇ ਆ ਬੋਲਣਾ ਆ ਤੇ ਲੋਕਾਂ ਨੇ ਸੁਣਨੋਂ ਹਟ ਜਾਣਾ। ਹਾਂਜੀ। ਉਹਨਾਂ ਨੇ ਰੇਡੀਓ ਚੈਨਲ ਬਦਲ ਗਏ, ਕਹਿਣਾ ਪਤਾ ਨਹੀਂ ਕੀ ਕਰਨ ਲੱਗੇ, ਕਿਤਾਬਾਂ ਪੜ੍ਹਨ ਲੱਗੇ। ਹਾਂਜੀ। ਕਿਤਾਬਾਂ ਪੜ੍ਹ ਕੇ ਨਹੀਂ ਸੁਣਾਈਆਂ ਜਾ ਸਕਦੀਆਂ, ਕਿਤਾਬ ਚੋਂ ਪੜ੍ਹ ਕੇ ਕਹਾਣੀ ਸੁਣਾਈ ਜਾ ਸਕਦੀ। ਹਾਂਜੀ। ਆਪਣੇ ਤਰੀਕੇ ਦੇ ਨਾਲ ਜੀ। ਉਹਦੇ ਵਿੱਚ ਉਹ ਮਜ਼ਾ ਉਹੀ ਹੁੰਦਾ ਕਿ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਸੁਣਾਈ ਹੈ ਕਿ ਲਿਖ ਕੇ ਨਹੀਂ ਸੁਣਾਈ। ਹਾਂਜੀ। ਤੇ ਅਟਾਰਨੀ ਜਨਰਲ ਅੱਧਾ ਘੰਟਾ ਉਹ ਕਹਿੰਦੀ ਲੱਗਾ ਰਿਹਾ। ਕੁੜੀ ਨੇ MA ਕੀਤੀ ਸੀ, MA ਦੀ ਸਾਈਕੋਲੋਜੀ ਦੀ ਕਰਕੇ। ਹਾਂਜੀ। ਤੇ ਉਹਨੇ ਡਿਗਰੀ ਲੈਣੀ ਸੀ ਜੀ। ਉਹ ਫਿਰ ਹੁਣ ਬੜਾ ਸੋਲਮ ਓਕੇਜਨ ਹੁੰਦਾ, ਵੈਸੇ ਇਹ ਵੀ ਬਹਾਦਰ ਦੀ ਗੱਲ ਆ ਵੀ ਉੱਠ ਕੇ ਚੱਲ ਗਈ। ਹਾਂਜੀ। ਉੱਥੋਂ ਸਾਰੇ ਜਾਣੇ ਬੈਠੇ ਆ ਚੁੱਪ ਕਰਕੇ। ਪਿਨ ਡ੍ਰੌਪ ਸਾਇਲੈਂਸ ਸੀ। ਪਿਨ ਡ੍ਰੌਪ ਸਾਇਲੈਂਸ ਸੀ। ਅਟਾਰਨੀ ਜਨਰਲ ਬੋਲੀ ਜਾ ਰਿਹਾ ਤੇ ਉਹਨੂੰ ਕਿਤਾਬ ਲਿਖ ਕੇ ਵੱਡੀ ਸਾਰੀ ਸਪੀਚ ਦੇਤੀ ਹੋਣੀ ਉਹਦੇ PR ਵਾਲਿਆਂ ਨੇ। ਹਾਂਜੀ। ਉਹਨਾਂ ਨੂੰ ਵੀ ਇੰਨੀ ਅਕਲ ਨਹੀਂ ਕਿ ਇਹਨੂੰ ਸਪੀਚ ਦੇਣੀ ਹੈ, ਲਿਖ ਕੇ ਤਾਂ 7-8 ਮਿੰਟ ਦੀ ਲਿਖ ਕੇ ਦਿਓ ਵੀ ਜਾਵੇ। ਉੱਥੇ ਜਿਹੜੀ ਸਭ ਤੋਂ ਇੰਪੋਰਟੈਂਟ ਸਪੀਚ ਦੇਣੀ ਹੁੰਦੀ ਨਾ ਕਨਵੋਕੇਸ਼ਨ ਤੇ, ਉਸ ਬੰਦੇ ਦੀ ਸਪੀਚ ਹੁੰਦੀ ਹੈ ਜਿਹਨੂੰ ਆਨਰਰੀ PhD ਡਿਗਰੀ ਦਿੱਤੀ ਜਾਂਦੀ ਹੈ। ਹਾਂਜੀ। ਉਸ ਬੰਦੇ ਦੀ ਸਭ ਤੋਂ ਵੱਧ ਮਹੱਤਤਾ ਹੁੰਦੀ ਹੈ। ਜਿਹੜਾ ਵਾਈਸ ਚਾਂਸਲਰ ਨੇ ਬੋਲਣਾ ਆ, ਰਜਿਸਟਰਾਰ ਨੇ ਬੋਲਣਾ ਆ, ਇਹ ਤਾਂ ਟੈਕਨੀਕਲ ਗੱਲਾਂ ਹੁੰਦੀਆਂ ਦੱਸਣ ਵਾਲੀਆਂ ਬਸ ਕਿ ਸਾਡੇ ਜੀ ਗ੍ਰੈਜੂਏਟਸ ਹੋ ਗਏ, ਅਸੀਂ ਇਹਦਾ ਪ੍ਰੋਸੈਸ ਕੀਤਾ ਸੀ, ਆਹ ਪ੍ਰੋਸੈਸ ਕੀਤਾ ਸੀ, ਇੰਨੇ ਹੋਣ ਅੱਜ ਗ੍ਰੈਜੂਏਟ ਆ, ਇੰਨੇ ਹੋਣੇ ਆ। ਜਿਹੜਾ ਜਿਹਨੂੰ ਆਨਰਰੀ ਡਿਗਰੀ ਦਿੰਦੇ ਆ ਉਹ ਚੀਫ ਗੈਸਟ ਹੁੰਦਾ ਵੈਸੇ। ਹਾਂਜੀ। ਕਨਵੋਕੇਸ਼ਨ ਤੇ ਤੁਹਾਡੀ ਤੇ ਉਸ ਬੰਦੇ ਨੂੰ ਸੁਣਨਾ, ਤੁਸੀਂ ਕਹਿ ਲਓ ਸੁਣਨਾ ਚਾਹੁੰਦੇ ਹੋਣ ਲੋਕੀ ਚਾਹੇ ਨਾ, ਉਹ ਸੁਣਨਾ ਪੈਂਦਾ ਉਹਨੂੰ ਜੀ। ਤੇ ਇੱਥੇ ਅਟਾਰਨੀ ਜਨਰਲ ਨੂੰ ਤਾਂ ਵੈਸੇ ਸੱਦਿਆ ਸੀ ਉਹਨਾਂ ਨੇ, ਤੇ ਉਹ ਅੱਧਾ ਘੰਟਾ ਉਹ ਕਹਿੰਦੀ ਮੈਂ ਸੁਣਿਆ, ਉਸ ਤੋਂ ਬਾਅਦ ਉੱਠ ਕੇ ਚਲ ਗਈ। ਹਾਂਜੀ। ਫੈਸਲਾ ਕਰ ਲਿਆ ਕਿ ਇਹ ਤਾਂ ਹਟਦਾ ਹੀ ਨਹੀਂ ਜੀ। ਤੇ ਉਹਦੇ ਨਾਲ ਹੁਣ ਸਾਰੇ ਚਰਚਾ ਹੋਣ ਲੱਗੀ ਹੈ। ਜਿਹੜੇ PR ਦੀ ਸਪੀਚਸ ਲਿਖਦੇ ਆ
ਉਹ ਇਸ ਗੱਲ ਤੇ ਚਰਚਾ ਕਰਦੇ ਆ, ਡਿਸਕਸ਼ਨ ਹੋ ਰਹੀ ਆ ਕਿ ਸਪੀਚਸ ਕਿੱਦਾਂ ਲਿਖੀਆਂ ਜਾਣੀਆਂ ਚਾਹੀਦੀਆਂ ਕਿ ਜਿਨ੍ਹਾਂ ਨੂੰ ਦਿਲਚਸਪ ਬਣਾਇਆ ਜਾ ਸਕੇ। ਹਾਂਜੀ। ਹੁਣ ਕਾਸਟਰੋ ਬਾਰੇ ਗੱਲ ਕਰਦੇ ਹੁੰਦੇ ਸੀ, ਕਿਊਬਾ ਦਾ ਲੀਡਰ ਹੁੰਦਾ ਸੀ ਕਿ 2-2 ਘੰਟੇ ਲਗਾਤਾਰ ਬੋਲਦਾ ਰਹਿੰਦਾ। ਹੁਣ 2 ਘੰਟੇ ਤਾਂ ਅਸੀਂ ਵੀ ਬੋਲਦੇ ਹਾਂ ਕਲਾਸ ਦੇ ਵਿੱਚ, 3 ਘੰਟੇ ਬੋਲਦੇ ਹਾਂ ਐਕਚੁਅਲੀ, ਪਰ ਉਹ ਇਦਾਂ ਨਹੀਂ ਬੋਲਦੇ ਵੀ 3 ਘੰਟੇ ਬੋਲੀ ਜਾਣਾ। ਹਾਂਜੀ। ਉਹਦੇ ਵਿੱਚ ਗੱਲ ਕਰਦੇ ਆ, ਤੁਸੀਂ ਫਿਰ ਸਟੂਡੈਂਟਸ ਨੂੰ ਪੁੱਛਦੇ ਆ ਕਿ ਤੁਹਾਡਾ ਕੀ ਖਿਆਲ ਆ, ਉਹ ਫਿਰ ਬੋਲਦੇ ਆ, ਫਿਰ ਤੁਸੀਂ ਗੱਲ ਕਰਦੇ ਆ, ਫਿਰ ਉਹਨਾਂ ਦੀ ਸੁਣਦੇ ਆ, ਫਿਰ ਤੁਸੀਂ ਕੋਈ ਫਨੀ ਗੱਲ ਕਰ ਦਿੰਦੇ ਆ। ਅੱਛਾ, ਉਹਨਾਂ ਦੀ ਦਿਲਚਸਪੀ ਰਹਿੰਦੀ, ਤਾਂ ਤੁਸੀਂ ਇਹ ਦੇਖਦੇ ਰਹਿੰਦੇ ਆ ਸਟੂਡੈਂਟਸ ਵੱਲ ਕਿ ਮੇਰੀ ਗੱਲ ਸੁਣਦੇ ਵੀ ਆ ਕਿ ਨਹੀਂ। ਹਾਂਜੀ। ਜੇ ਤੁਸੀਂ ਬੋਲੀ ਜਾਣਾ ਉਹ ਸੁੱਤੇ ਪਏ ਆ, ਉੱਠ ਕੇ ਤੁਰ ਪਏ ਆ, ਇਹਦਾ ਮਤਲਬ ਸੰਕੇਤ ਆ ਵੀ ਹੁਣ ਚੁੱਪ ਕਰ ਭਾਈ, ਜੀ ਬਿਲਕੁਲ, ਹੋਰ ਕੰਮ ਕਰ ਤੂੰ ਕੋਈ। ਇਹ ਇੱਕ ਟ੍ਰੇਨਿੰਗ ਆ ਵੈਸੇ ਸਪੀਚ ਕਰਨ ਦੀ। ਤੁਸੀਂ ਦੇਖ ਲਿਓ ਵੀ ਸਪੀਚ ਕਰਨ ਨੂੰ ਬਹੁਤ ਬੰਦੇ ਸਪੀਚ ਕਰਦੇ ਆ। ਹਾਂਜੀ। ਤੇ ਉਹਨਾਂ ਬੰਦਿਆਂ ਨੇ ਇਹ ਹੀ ਨਹੀਂ ਜ਼ਿੰਦਗੀ 'ਚ ਸਿੱਖਿਆ। ਪਹਿਲੀ ਗੱਲ ਸੋਚਣੀ ਚਾਹੀਦੀ ਹੈ ਸਪੀਚ ਕਰਨ ਵਾਲੇ ਨੂੰ ਕਿ ਮੈਂ ਜੇ ਆਡੀਅנס ਦੇ ਵਿੱਚ ਬੈਠਾ ਹੋਵਾਂ ਨਾ ਤੇ ਮੈਂ ਕੀ ਸੁਣਨਾ ਚਾਹੁੰਦਾ ਜੀ। ਆਪਣੇ ਆਪ ਨੂੰ, ਅੰਗਰੇਜ਼ੀ ਦੀ ਕਹਾਵਤ ਹੈ ਨਾ, ਆਪਣੇ ਆਪ ਨੂੰ ਕਿਸੇ ਦੀ ਜੁੱਤੀ 'ਚ ਪਾ ਕੇ ਦੇਖੋ ਜੀ। ਬਿਲਕੁਲ। ਉਸ ਜੁੱਤੀ ਜੇ ਤਾਂ ਤੁਹਾਡੇ ਦਰਦ ਨਹੀਂ ਹੁੰਦਾ ਫਿਰ ਤਾਂ ਠੀਕ ਹੈ। ਤੁਸੀਂ ਇਹ ਸੋਚੋ ਕਿ ਮੈਂ ਆਡੀਅנס ਹਾਂ, ਮੈਂ ਸਰੋਤਿਆਂ ਦੇ ਵਿੱਚ ਬੈਠਾ ਹਾਂ, ਮੈਂ ਕਿੰਨਾ ਕੁ ਚਿਰ ਸੁਣ ਸਕਦਾ ਇਹਦੀ ਗੱਲ ਜੀ। ਜੇ ਬੰਦਾ 45 ਮਿੰਟ ਬੋਲੀ ਜਾਂਦਾ, ਇਹਨੇ 7 ਸਫ਼ੇ ਲਿਆਂਦੇ ਆ। ਇੱਕ ਵਾਰੀ ਮੈਨੂੰ ਯਾਦ ਹੈ, ਸਾਡੇ ਪਿੰਡ ਸ਼ਹੀਦ ਭਗਤ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਮਨਾਇਆ, ਤੇ ਉਹ ਜਿਹੜੀ ਕਮੇਟੀ ਬਣਾਈ ਉਹਨਾਂ ਨੇ ਇੱਕ ਬਜ਼ੁਰਗ ਨੂੰ ਪਹਿਲਾਂ ਕਵਿਤਾ ਪੜ੍ਹਨ ਲਾਤਾ ਸ਼ੁਰੂਆਤ ਕਰਨ ਲਈ, ਤੇ ਉਹਨੇ ਪਤਾ ਨਹੀਂ ਕਿੰਨੇ ਕੁ ਸਫ਼ੇ ਲਿਖੇ ਸੀ। ਜਿਉਂ ਕਵਿਤਾ ਪੜ੍ਹਨ ਲੱਗਾ ਮਹਾ ਕਵਿਤਾ ਹੁੰਦੀ ਨਾ ਜਿਹੜੀ, ਹਾਂਜੀ, ਉਹ ਹਟੇ ਹੀ ਨਾ ਬੰਦਾ। ਫਿਰ ਥੱਲਿਓਂ ਰੌਲਾ ਪਾਉਣ ਲੱਗ ਪਏ ਲੋਕੀ, ਥੋੜਾ ਜਿਹਾ ਹਾਲਾ ਹੋਣ ਲੱਗ ਪੈਂਦੀ ਨਾ, ਬਹੁਤੇ ਲੋਕੀ ਇਹ ਵੀ ਨਹੀਂ ਸਹਿ ਸਕਦੇ। ਫਿਰ ਪ੍ਰਬੰਧਕਾਂ ਨੇ ਕਿਹਾ ਕਿਸੇ ਨੂੰ, ਸਕੱਤਰ ਨੂੰ, ਵੀ ਇਹਨੂੰ ਕਹਿ ਹੁਣ ਬਸ ਕਰ। ਉਹਨੇ ਉਹਦੇ ਕੰਨ 'ਚ 2-3 ਵਾਰੀ ਕਿਹਾ ਐਕਚੁਅਲੀ ਜਾ ਕੇ। ਪਹਿਲੀ ਵਾਰੀ ਕਿਹਾ, ਫੇਰ ਬੈਠਾ, ਫੇਰ ਨਹੀਂ ਹਟਿਆ, ਫੇਰ ਦੂਜੀ ਵਾਰੀ ਕਿਹਾ, ਫੇਰ ਤੀਜੀ ਵਾਰੀ ਕਿਹਾ। ਕਹਿੰਦਾ ਜੀ ਹੁਣ ਪ੍ਰਬੰਧਕਾਂ ਨੇ ਮੈਨੂੰ ਕਿਹਾ ਵੀ ਕਵਿਤਾ ਬੰਦ ਕਰੋ, ਪਰ ਇਹਨਾਂ ਨੇ ਮੈਨੂੰ ਦੱਸਿਆ ਹੀ ਪਰਸੋਂ, ਜੇ ਪਹਿਲਾਂ ਦੱਸਦੇ ਤਾਂ ਮੈਂ ਕੁਛ ਹੋਰ ਲਿਖ ਲਿਆਉਂਦਾ। ਲੋਕੀ ਕਹਿੰਦੇ ਤੈਨੂੰ ਤਾਂ ਘੰਟਾ ਪਹਿਲਾਂ ਦੱਸਣਾ ਚਾਹੀਦਾ ਸੀ, ਜਿਸ ਤਰੀਕੇ ਨਾਲ ਤੂੰ ਲਿਖ ਕੇ ਲਿਆਇਆ। ਹਾਂਜੀ। ਇਹ ਆਪ ਨੇ ਸੋਚਿਆ ਕਿ ਮੈਂ ਉੱਥੇ ਬੈਠਾ ਹੋਵਾਂ ਨਾ, ਉੱਥੇ ਪਿੰਡਾਂ 'ਚ ਬੈਠੇ ਵੀ ਇੱਦਾਂ ਕਿਹੜੇ ਕੁਰਸੀਆਂ ਤੇ, ਪਹਿਲਾਂ ਤਾਂ ਕੁਰਸੀਆਂ ਤਾਂ ਹੁਣ ਤੁਰੀਆਂ ਨਾ ਜਲਸੇ ਜਲੂਸਾਂ ਦੇ ਵਿੱਚ, ਪਹਿਲਾਂ ਅਸੀਂ ਤਾਂ ਥੱਲੇ ਬੈਠੇ ਹੁੰਦੇ ਸੀ ਜਾਂ ਬੋਰਡ ਤੇ ਚੜੇ ਹੁੰਦੇ ਸੀ। ਹਾਂਜੀ। ਤੇ ਬੋਰਡ ਤੇ ਚੜ੍ਹ ਕੇ ਕਿੰਨਾ ਕੁ ਚਿਰ ਬੰਦਾ ਬੈਠ ਸਕਦਾ ਜੀ। ਬਿਲਕੁਲ। ਤੇ ਇੱਥੇ ਜਿਹੜੇ ਜੇ ਕੁਰਸੀਆਂ ਤੇ ਵੀ ਬੈਠੇ ਹੁੰਦੇ ਆ, ਕੋਈ 1000 ਚੋਂ ਇੱਕ ਬੰਦਾ ਹੁੰਦਾ ਜਿਹਨੂੰ ਕਿਸੇ ਬੋਲਣਾ ਆਵੇ, ਔਰ ਉਹਨੂੰ ਇੰਨਾ ਪਤਾ ਹੋਵੇ ਕਿ ਟਾਈਮ ਕਿੰਨਾ ਚਾਹੀਦਾ, ਮੇਰੇ ਆਡੀਅנס ਕੀ ਆ, ਮੈਂ ਬੋਲਣਾ ਕੀ ਆ, ਮੈਂ ਸ਼ੁਰੂ ਕਿੱਦਾਂ ਕਰਨਾ, ਮੈਂ ਅੰਤ ਕਿੱਦਾਂ ਕਰਨਾ ਜੀ। ਬਿਲਕੁਲ। ਇਹ ਬਹੁਤ ਇੰਪੋਰਟੈਂਟ ਹੈ ਸਾਰਾ ਕੁਝ। ਹਾਂਜੀ। ਆਡੀਅנס ਨੂੰ ਕਨੈਕਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਤੁਸੀਂ ਆਡੀਅנס ਨਾਲ ਗੱਲਾਂ ਕਰੋ ਜੀ, ਉਹਨੂੰ ਇਨਵੋਲਵ ਕਰੋ, ਲੈਕਚਰ ਨਾ ਕਰੋ। ਉਹ ਕਹਿੰਦੇ ਹੁੰਦੇ ਨੇ, ਚਾਈਨੀਜ਼ ਕਹਾਵਤ ਹੈ ਇੱਕ, ਉਹ ਕਹਿੰਦੇ ਮੈਨੂੰ ਦਿਖਾਓ ਤਾਂ ਮੈਨੂੰ ਭੁੱਲ ਜਾਊਗਾ, ਉਹ ਕਹਿੰਦੇ ਹੁੰਦੇ ਮੈਨੂੰ ਸੁਣਾਓ ਗੱਲ ਨਾ ਕੰਨਾਂ ਨੂੰ ਤਾਂ ਮੈਨੂੰ ਚੇਤੇ ਭੁੱਲ ਜਾਣਾ, ਮੈਨੂੰ ਦਿਖਾਓਗੇ ਕੋਈ ਗੱਲ ਤਾਂ ਸ਼ਾਇਦ ਮੈਨੂੰ ਚੇਤੇ ਰਵੇ। ਉਹ ਮੈਂ ਦੇਖ ਲਈ ਹੈ ਨਾ, ਅੱਖਾਂ ਦੀ ਸ਼ਕਤੀ ਨਾਲ ਤੁਸੀਂ ਕੋਈ ਚੀਜ਼ ਦੇਖੀ ਹੈ। ਤੁਸੀਂ ਕਈ ਕਹਿੰਦੇ ਨਾ ਬੰਦੇ ਨੂੰ, ਜੇ ਬੰਦਾ ਦੇਖਿਆ ਹੋਵੇ ਤਾਂ ਫੇਰ ਚੇਤੇ ਆ ਜਾਂਦਾ ਵੀ ਨਾਂ ਕੀ ਆ। ਹਾਂਜੀ ਹਾਂਜੀ। ਜੇ ਉਦਾਂ ਹੀ ਕੋਈ ਕਵੇ ਤੁਸੀਂ ਮਹਿਮਾ ਸਿੰਘ ਨੂੰ ਜਾਣਦੇ ਆ, ਤੁਸੀਂ ਕਹਿੰਦੇ ਪਤਾ ਨਹੀਂ ਮੈਨੂੰ, ਮਹਿਮਾ ਸਿੰਘ ਮੂਹਰੇ ਖੜਾ ਹੋਵੇ ਤਾਂ ਸ਼ਾਇਦ ਤੁਹਾਨੂੰ ਚੇਤੇ ਆ ਜਾਵੇ। ਹਾਂਜੀ। ਤੇ ਉਹ ਫਿਰ ਤੀਜੀ ਗੱਲ ਕਰਦੇ ਆ ਵੀ ਜੇ ਮੈਨੂੰ ਇਨਵੋਲਵ ਕਰੋਗੇ ਤਾਂ ਫੇਰ ਮੈਂ ਸਮਝੂਗਾ ਇਹ ਗੱਲ ਜੀ। ਤੇ ਉਹ ਆਡੀਅנס ਨੂੰ ਤੁਸੀਂ ਇਨਵੋਲਵ ਕਿੱਦਾਂ ਕਰਨਾ ਜੀ, ਇਹ ਸਿੱਖਣ ਦੀ ਲੋੜ ਹੈ। ਹਾਂਜੀ ਬਿਲਕੁਲ। ਚਾਹੇ PR ਵਾਲੇ ਤੁਹਾਨੂੰ ਸਿਖਾਉਂਦੇ ਆ, ਚਾਹੇ ਆਪਣੇ ਆਪ ਤੁਸੀਂ ਸਿੱਖਣੇ। ਕਈਆਂ ਨੇ ਤਾਂ ਸਹੁੰ ਖਾਧੀ ਹੈ ਨਾ ਵੀ ਸਾਰੀ ਉਮਰ ਹੀ ਨਹੀਂ ਸਿੱਖਣਾ ਕੁਛ। ਹਾਂਜੀ। ਉਹ ਬੋਲ ਕੇ ਆ ਜਾਂਦੇ, ਬੜੇ ਖੁਸ਼ ਹੁੰਦੇ, ਉਹਨਾਂ ਦੇ ਨਾਲ 4 ਚਮਚੇ ਬੈਠੇ ਹੁੰਦੇ ਆ, ਉਹ ਦੱਸੀ ਜਾਣਗੇ ਵਾਹ ਜੀ ਵਾਹ ਤੁਸੀਂ ਸਪੀਚ ਦਿੱਤੀ ਕਿਤੇ। ਉਹਨਾਂ ਨੂੰ ਪੁੱਛੋ ਵੀ ਤੁਸੀਂ ਸੁਣੀ ਹੈ ਕੋਈ? ਉਹ ਐਕਚੁਅਲੀ ਫਾਰਮੈਲਿਟੀ ਪੂਰੀ ਕਰਦੇ ਆ, ਤੇ ਫਿਰ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦੇ ਜਿਹੜੇ 4 ਚਮਚੇ ਹੁੰਦੇ, ਇਹ ਗੱਲ ਨਾ ਤੁਹਾਡੀ ਬਿਲਕੁਲ ਸਹੀ ਆ।
ਉਹ ਪਤਾ ਇੱਕ ਦੂਜੇ ਦੀ ਪ੍ਰੇਜ਼ ਕਰਦੇ ਰਹਿੰਦੇ ਨੇ ਵੀ ਵਾਹ ਵਾਹ ਇੰਨੀ ਵਧੀਆ ਸਪੀਚ ਤਾਂ ਕਦੇ ਸੁਣੀ ਹੋਈ ਨਹੀਂ ਆਡੀਅנס ਦੇਖਦੇ ਨਹੀਂ ਕਿ ਬੈਠੇ। ਉਸ ਚਮਚੇ ਨੂੰ ਕਦੇ ਕਦੇ ਪੁੱਛ ਕੇ ਦੇਖੇ ਵੀ ਦੱਸੋ ਵੀ ਉਹਦੇ ਵਿੱਚ ਕਿਹੜੀਆਂ ਗੱਲਾਂ ਮੈਂ ਕਹੀਆਂ। ਹਾਂਜੀ ਇੱਕ ਵੀ ਚਮਚਾ ਤੁਹਾਡੀ ਗੱਲ ਨਹੀਂ ਦੱਸ ਸਕਦਾ, ਉਹਨਾਂ ਨੇ ਸੁਣੀ ਹੀ ਨਹੀਂ ਹੁੰਦੀ। ਹਾਂਜੀ ਤੁਸੀਂ ਬਿਲਕੁਲ ਸਹੀ ਕਿਹਾ, ਉਹਨਾਂ ਦਾ ਧਿਆਨ ਨਹੀਂ ਹੁੰਦਾ, ਉਹਨਾਂ ਦਾ ਆਪਣਾ ਧਿਆਨ ਨਹੀਂ ਹੁੰਦਾ, ਉਹ ਬਾਹਰ ਖੜੇ ਹੁੰਦੇ ਕਈ। ਹਾਂਜੀ ਏਦਾਂ ਕਹਿਣਗੇ ਹਾਂ ਮਜ਼ਾ ਆ ਗਿਆ ਜੀ ਤੁਹਾਡੀ, ਤੁਸੀਂ ਬੋਲਦੇ ਬੜੇ ਜ਼ਬਰਦਸਤ ਆ ਗੜਕ ਨਾਲ। ਜ਼ਰੂਰੀ ਨਹੀਂ ਵੀ ਤੁਹਾਨੂੰ ਗੜਕ ਨਾਲ ਹੀ ਬੋਲਣਾ ਚਾਹੀਦਾ, ਹੋ ਸਕਦਾ ਕਈ ਇਹਦੇ ਵਿੱਚ ਸਪੀਚ ਦੇ ਵਿੱਚ ਉਤਰਾਅ ਚੜਾਅ ਆਉਂਦੇ ਆ। ਹਾਂਜੀ ਕਈ ਵਾਰੀ ਸਪੀਚ ਤਾਂ ਨੂੰ ਚਲ ਜਾਂਦੀ ਆ, ਫੇਰ ਥੱਲੇ ਨੂੰ ਆ ਜਾਂਦੀ ਹੈ, ਤਾਂ ਨੂੰ ਜ਼ਿਗ ਜ਼ੈਗ ਜਿਹਨੂੰ ਪੰਜਾਬ ਅੰਗਰੇਜ਼ੀ ਵਿੱਚ ਕਹਿੰਦੇ ਨਾ, ਜ਼ਿਗ ਜ਼ੈਗਸ ਹੁੰਦੀਆਂ ਇਹਦੇ ਵਿੱਚ। ਜੀ ਬਿਲਕੁਲ। ਤੇ ਜਿਹੜੀਆਂ ਉਹ ਸਪੀਕਰ ਹੈ ਉਹਨੂੰ ਜ਼ਿਗ ਜ਼ੈਗ ਸਮਝਣੀਆਂ ਆਉਣੀਆਂ ਚਾਹੀਦੀਆਂ। ਏਦਾਂ ਨਹੀਂ ਵੀ ਸ਼ੁਰੂ ਕਰ ਲਿਆ ਤਾਂ ਅਖੀਰ ਦੇ ਵਿੱਚ ਜਿੰਨਾ ਚਿਰ ਖੰਘਣ ਨਹੀਂ ਲੱਗਦਾ ਉਹਨਾਂ ਚਿਰ ਹਟਣਾ ਹੀ ਨਹੀਂ। ਨਹੀਂ ਕਈ ਜਗ੍ਹਾ ਤੇ ਦੇਖਣਾ ਪੈਂਦਾ ਨਾ ਵੀ ਕਿੱਥੇ ਜ਼ਿਆਦਾ ਸਟ੍ਰੈਸ ਦੇਣਾ, ਕਿੱਥੇ ਆ ਕੇ ਜਿਵੇਂ ਤੁਸੀਂ ਕਿਹਾ ਦੱਸਿਆ ਹੀ ਸੀਗਾ ਕਿ ਫਨੀ ਗੱਲ ਕੋਈ ਕਰਨੀ ਉਹਨਾਂ ਨੂੰ ਕਨੈਕਟ ਕਰਨ ਦੇ ਨਾਲ, ਕਿੱਥੇ ਤੁਸੀਂ ਆਪਣੀ ਜਿਹੜੀ ਟੋਨ ਹੈਗੀ ਆ ਉਹ ਚ ਸੌਫਟਨੈਸ ਲੈ ਕੇ ਆਉਣੀ ਆ। ਫਿਰ ਤੁਹਾਨੂੰ ਆਡੀਅנס ਵੱਲ ਦੇਖਣਾ ਪੈਂਦਾ, ਇਹ ਵੀ ਤੁਸੀਂ ਆਈ ਕੰਟੈਕਟ ਇਜ਼ ਮਸਟ। ਹਾਂਜੀ ਜੇ ਉਹਨਾਂ ਨਾਲ ਦੇਖਦੇ ਆ ਕਿਸੇ ਵੱਲ, ਮਤਲਬ ਇੱਕ ਗੱਲ ਹੀ ਨਾ ਦੇਖੀ ਚਲੋ ਉਹਨੂੰ ਵਿਚਾਰਾ ਅਨਕੰਫਰਟੇਬਲ ਫੀਲ ਕਰੇ ਵੀ ਇਹਨੂੰ 35 ਮਿੰਟ ਹੋ ਗਏ ਮੇਰੇ ਵੱਲ ਝਾਕਦੇ ਨੂੰ। ਤੁਸੀਂ ਥੋੜਾ ਚਿਰ ਇਹਦੇ ਵੱਲ ਦੇਖੋ, ਥੋੜਾ ਜਿਹਾ ਦੂਸਰੇ ਵੱਲ ਦੇਖੋ ਆਲੇ ਦੁਆਲੇ ਵੀ ਆਡੀਅנס ਮੇਰੇ ਕੀ ਕਰ ਰਹੇ ਆ, ਤੁਹਾਨੂੰ ਪਤਾ ਲੱਗ ਜਾਂਦਾ। ਜੇ ਉਹ ਵਾਸੀਆਂ ਲੈ ਰਹੇ ਆ, ਉੱਠਣ ਦੀ ਕੋਸ਼ਿਸ਼ ਕਰ ਰਹੇ ਆ, ਇਹਦਾ ਮਤਲਬ ਤੁਸੀਂ ਬੋਰ ਕਰ ਰਹੇ ਹੋ ਉਹਨਾਂ ਨੂੰ। ਇਹਦਾ ਮਤਲਬ ਤੁਹਾਨੂੰ ਨਾ ਆਪਣੀ ਸਪੀਚ ਥੋੜਾ ਜਿਹਾ ਉਹਨਾਂ ਨੂੰ ਦੇਖਦੇ ਹੋਏ ਚੇਂਜਿਸ ਕਰ ਲੈਣੀਆਂ ਚਾਹੀਦੀਆਂ ਨੇ, ਨਿਗਾਹ ਮਾਰਦੇ ਹੋਏ ਪੂਰੀ ਜਿਹੜੀ ਹਾਲ ਹੈਗੇ ਜਿੱਥੇ ਵੀ ਤੁਸੀਂ ਸਪੀਚ ਕਰ ਰਹੇ ਹੋ। ਕਈਆਂ ਨੇ ਸਹੁੰ ਖਾਧੀ ਆ ਵੀ ਅਸੀਂ ਸਿੱਖਣਾ ਨਹੀਂ ਕਦੇ ਕੁਛ, ਤੇ ਉਹਨਾਂ ਨੂੰ ਅਸੀਂ ਸਪੀਕਰ ਬਣਾ ਕੇ ਬੈਠੇ ਹੁੰਦੇ। ਹਾਂਜੀ ਤੇ ਇਹਦੇ ਨਾਲ ਕੋਈ ਸਿਆਣਪ ਦੀ ਗੱਲ ਸੁਣਾ ਸਾਂ। ਠੀਕ ਹੈ ਜੀ, ਮੈਂ ਤੁਹਾਨੂੰ ਅੱਜ ਦਾ ਵਿਚਾਰ ਸੁਣਾ ਦਿੰਦੀ ਆ। ਤੇ ਅੱਜ ਦਾ ਵਿਚਾਰ ਹੈਗਾ ਕਿ ਵੇਲੇ ਸਿਰ ਉੱਠਣ ਵਾਲੇ ਦਾ ਰਾਹ ਛੋਟਾ ਹੋ ਜਾਂਦਾ। ਵਾਹ ਵਾਕਈ। ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਾਡੇ ਸਟੂਡੀਓ ਦਾ ਨੰਬਰ ਹੈ 6045929191 6045929191। ਤੁਹਾਡੇ ਸੁਝਾਵਾਂ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਾਂ। ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ info@radioindia.ca ਤੇ। ਸਾਡੇ ਸੋਸ਼ਲ ਮੀਡੀਆ ਹੈਂਡਲਸ ਨੂੰ ਵੀ ਤੁਸੀਂ ਫੋਲੋ ਕਰੋ ਕਿਉਂਕਿ ਅਸੀਂ ਡੇਲੀ ਨਿਊਜ਼ ਅਪਡੇਟ ਉੱਥੇ ਪੋਸਟ ਕਰਦੇ ਹਾਂ, ਆਪਣੇ ਪ੍ਰੋਗਰਾਮਸ ਵੀ ਪੋਸਟ ਕਰਦੇ ਹਾਂ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਐਂਡ YouTube ਚੈਨਲ ਸਾਡਾ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।